ਇੱਕ ਆਪਦੇ ਸਰਮਾਏਦਾਰੀ ਦੇ ਨਸ਼ੇ ਦੇ ਵਿੱਚ ਉਹ ਦੂਸਰੇ ਨਸ਼ੇ ਦਾ ਵੀ ਇੰਨਾ ਸੇਵਨ ਕਰਦਾ ਹੈ ਕਿ ਵਿਆਹ ਵਾਲੀ ਰਾਤ ਹੀ ਉਸ ਦੀ ਡੈਥ ਹੋ ਜਾਂਦੀ ਹੈ ਜੀ। ਕਾਰਨ ਉਸ ਦਾ ਵਿਹੜਾ ਸਖਣੇ ਹੀ ਰਹਿ ਜਾਂਦਾ ਹੈ। ਜਿਸ ਵਿਹੜੇ ਨੂੰ ਉਹ ਖੁਸ਼ਹਾਲ ਬਣਾਉਣ ਵਾਸਤੇ ਚੌਥਾ ਵਿਆਹ ਕਰਵਾਉਂਦਾ ਹੈ, ਉਹ ਵਿਹੜਾ ਫਿਰ ਵੀ ਸਖਣਾ ਹੀ ਰਹਿ ਜਾਂਦਾ ਹੈ। ਦਾਜ ਦੇ ਲਾਲਚ ਦੇ ਵਿੱਚ ਆਪਣੇ ਬੱਚੇ ਦਾ, ਆਪਣੇ ਲੜਕੇ ਦਾ ਦੂਜਾ ਵਿਆਹ ਕਰਨ ਵਾਸਤੇ ਆਪਣੀ ਨੂੰਹ ਨੂੰ ਜ਼ਹਿਰ ਦੇ ਦਿੰਦੀ ਹੈ ਜੀ। ਹਾਂ, ਤੇ ਉਹ ਲੜਕੇ ਨੂੰ ਆਪਦੇ ਨੂੰ ਕਹਿੰਦੀ ਹੈ ਕਿ ਇਹਨਾਂ ਮਾਸ ਦੇ ਗੁੱਤਾਂ ਦਾ ਤੈਨੂੰ ਕੋਈ ਘਾਟਾ ਨਹੀਂ, ਤੇ ਜੇ ਇਹ ਮਰ ਜਾਊਗੀ ਤਾਂ ਆਪਾਂ ਹੋਰ ਲੈ ਆਵਾਂਗੇ। ਬੇਸ਼ੱਕ ਨੂੰ ਲੋਕ ਪਰਾਇਆ ਧਨ ਕਹਿੰਦੇ ਨੇ, ਪਰ ਫਿਰ ਵੀ ਮੈਂ ਕਹਿੰਦੀ ਹਾਂ ਵੀ ਲੋਕਾਂ ਨੂੰ ਇਹ ਸੋਚ ਦਿਲ ਦੇ ਵਿੱਚੋਂ ਕੱਢਣੀ ਚਾਹੀਦੀ ਹੈ। ਲੜਕੀਆਂ ਪਰਾਇਆ ਧਨ ਨਹੀਂ ਹਨ, ਇਹ ਮਾਂ-ਬਾਪ ਦਾ ਹੀ ਸਰਮਾਇਆ ਹਨ, ਜੇਕਰ ਉਹਨਾਂ ਨੂੰ ਚੰਗੀ ਤਰ੍ਹਾਂ ਸਮਝਿਆ ਜਾਏ। ਲੋਕੀ ਲੀਕ ਨੂੰ ਕੁੱਟਦੇ ਰਹਿੰਦੇ, ਧੀਆਂ ਧਨ ਪਰਾਇਆ ਕਹਿੰਦੇ, ਔਰਤ ਨੂੰ ਅਬਲਾਹੀ ਕਹਿੰਦੇ, ਪਰ ਮੈਂ ਲੀਕ ਨਹੀਂ ਕੁੱਟਾਂਗੀ। ਆਪਣੀ ਸੌੜੀ ਸੋਚ ਤਿਆਗੋ, ਯਾਦ ਕਰੋ ਤੁਸੀਂ ਮਾਈ ਭਾਗੋ, ਰਤਾ ਨਹੀਂ ਉਹ ਘਬਰਾਈ, ਧਰਮ ਹੇਤ ਜਾਨ ਲੇਖੇ ਲਾਈ। ਬੇਸ਼ੱਕ ਸਭ ਤੋਂ ਧਨ ਪਰਾਇਆ ਹੈ ਤਾਂ ਇਹ ਤੁਹਾਡਾ ਸਰਮਾਇਆ। ਜਦੋਂ ਔਰਤ ਆਪ ਆਪਣੇ ਆਪ ਨੂੰ ਮਹਾਨ ਸਮਝਦੀ ਤਾਂ ਫਿਰ ਉੱਠ ਕੇ ਕਲਮ ਉਠਾ ਕੇ ਉਹਨਾਂ ਹੋਰ ਬਾਕੀ ਜਿਹੜੀਆਂ ਔਰਤਾਂ ਸਾਹਮਣੇ ਵਾਲੀਆਂ ਹੁੰਦੀਆਂ ਨੇ ਉਹਨਾਂ ਨੂੰ ਵੀ ਇੱਜ਼ਤ ਤੇ ਮਾਣ ਦਿੰਦੇ। ਮਾਤਾ ਗੁਜਰੀ ਜੀ ਵੀ ਵਿਸ਼ਵ ਦੀਆਂ ਮਹਾਨ ਔਰਤਾਂ ਦੇ ਵਿੱਚ ਉਹ ਸ਼ਖਸੀਅਤ ਨੇ ਜਿਨ੍ਹਾਂ ਨੇ ਕੌਮ ਦੇ ਲਈ ਕੁਰਬਾਨੀ ਦਿੱਤੀ, ਧਰਮ ਨਹੀਂ ਹਾਰਿਆ ਤੇ ਬੱਚਿਆਂ ਦੇ ਅੰਦਰ ਜੋਸ਼ ਭਰਿਆ। ਇਹ ਤੋਂ ਵੱਡੀ ਮਮਤਾ ਦੀ ਉਦਾਹਰਨ ਹੋਰ ਕੋਈ ਨਹੀਂ ਹੋ ਸਕਦੀ। ਮੇਰੀ ਮੈਰਿਜ ਨੂੰ ਜੀ 2 ਸਾਲ ਹੋਏ ਸੀ। 2 ਸਾਲਾਂ ਤੋਂ ਬਾਅਦ ਉਹਨਾਂ ਦੀ ਡੈਥ ਹੋ ਗਈ। ਜੀਵਨ ਨੂੰ ਮੈਂ ਇਹੀ ਰੂਪ ਦੇ ਲਿਆ ਕਿ ਮੈਂ ਆਪਣੇ ਮਤਲਬ ਇਸੇ ਰਸਤੇ ਤੇ ਹੀ ਚੱਲਣਾ ਹੈ। ਮੇਰੇ ਕੋਲੇ ਬਹੁਤ ਕਾਰਜ ਹੈ ਲਿਖਣ ਦਾ, ਪੜ੍ਹਨ ਦਾ। ਦੂਜਿਆਂ ਦੀ ਗੱਲ ਸੁਣ ਕੇ ਉਹ ਰਾਜੀ ਹੁੰਦਾ, ਆਪਣੀ ਗੱਲ ਲੁਕਾਉਣ ਦੀ ਕੋਸ਼ਿਸ਼ ਕਰਦਾ ਹੈ। ਦੂਜਿਆਂ ਦਾ ਰਾਜ ਉਹ ਖੋਲਦਾ ਬੇਝਿਜਕ, ਆਪਣੀ ਹਰ ਗੱਲ ਤੇ ਪਾਉਂਦਾ ਹੈ ਪਰਦਾ ਆਦਮੀ। ਕੁੜੀਆਂ ਦੇ ਨਾਲ ਹੀ ਬਸਦੇ ਨੇ ਘਰ, ਕੁੜੀਆਂ ਦੇ ਬਾਝੋਂ ਤਾਂ ਸਖਣੇ ਨੇ ਲਰ। ਆਓ ਨਵੀਂ ਸੋਚ ਅਪਣਾਈਏ, ਬੇਟੀ ਬਚਾਈਏ, ਬੇਟੀ ਪੜ੍ਹਾਈਏ। ਜ਼ਮਾਨਾ ਹੀ ਕੁੜੀਆਂ ਨੂੰ ਕੰਜਕਾਂ ਪੁਕਾਰੇ, ਜ਼ਮਾਨਾ ਹੀ ਕੁੜੀਆਂ ਨੂੰ ਕੋਖਾਂ ਚ ਮਾਰੇ। ਜ਼ਮਾਨੇ ਦੀ ਇਹ ਸਿਆਣਪ ਕੀ ਆਖੇ, ਆਸ਼ਰਮਾਂ ਦੇ ਵਿੱਚ ਰੋਂਦੇ ਮਾਪੇ ਕਿਉਂ ਜਾਂਦੇ ਨੇ ਮੰਦਰ ਗੁਰਦੁਆਰੇ, ਜਦ ਘਰ ਵਿੱਚ ਹੀ ਨੇ ਤਾਂ ਵਿਚਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਪੰਜਾਬੀ ਵਿਰਾਸਤ USA ਚੈਨਲ। ਮੈਂ ਹਾਂ ਚਰਨਜੀਤ ਕੌਰ UK ਤੋਂ। ਪੰਜਾਬੀ ਵਿਰਾਸਤ ਤੁਹਾਡਾ ਆਪਣਾ ਮਨਪਸੰਦ ਪੰਜਾਬੀ ਚੈਨਲ, ਜਿਸ ਪ੍ਰੋਗਰਾਮ ਦੇ ਵਿੱਚ ਅਸੀਂ ਪੰਜਾਬੀ ਮਾਂ ਬੋਲੀ ਨੂੰ, ਪੰਜਾਬੀ ਵਿਰਸੇ ਨੂੰ, ਪੰਜਾਬੀ ਸਮਾਜਿਕ ਜਿਹੜੀਆਂ ਵਧੀਆ ਗੱਲਾਂ, ਸ਼ਖਸੀਅਤਾਂ ਹੁੰਦੀਆਂ ਨੇ, ਗੱਲਾਂ ਹੁੰਦੀਆਂ ਨੇ, ਜੋ ਵੀ ਪ੍ਰੋਗਰਾਮ ਪੰਜਾਬੀ ਦੇ ਨਾਲ ਸਮਰਪਿਤ ਹੁੰਦੇ ਨੇ, ਮਾਂ ਬੋਲੀ ਦੇ ਜਾਂ ਹੋਰ ਕਿਸੇ ਵੀ ਪੱਖੋਂ, ਅਸੀਂ ਉਹਨਾਂ ਨੂੰ ਪਿਆਰ, ਸਨਮਾਨ ਅਤੇ ਸਤਿਕਾਰ ਦਿੰਦੇ ਹਾਂ। ਤੇ ਪੰਜਾਬੀ ਦੇ ਮੰਚ ਦੇ ਉੱਪਰ ਖਾਸ ਇਸ ਪ੍ਰੋਗਰਾਮ ਦੇ ਵਿੱਚ ਜਿਹੜਾ ਕਿ ਤੁਹਾਡੇ ਲਈ ਖਾਸ ਕਰਕੇ ਬਣਾਇਆ ਗਿਆ, ਰੂਹ ਦੀਆਂ ਗੱਲਾਂ। ਰੂਹ ਦੀਆਂ ਗੱਲਾਂ ਪ੍ਰੋਗਰਾਮ ਦੇ ਵਿੱਚ ਰੂਹ ਦੇ ਮਹਿਮਾਨ ਆਉਂਦੇ ਨੇ। ਉਹ ਮਹਿਮਾਨ ਜਿਹੜੀ ਰੂਹ ਤੋਂ ਹੀ ਆਪਣਾ ਸਾਹਿਤ ਲਿਖਦੇ ਨੇ, ਪੰਜਾਬੀ ਕਿਤਾਬਾਂ ਨੂੰ ਪਿਆਰ ਕਰਦੇ ਨੇ, ਕਵੀ ਸੰਗ੍ਰਹਿ ਲਿਖਦੇ ਨੇ, ਦਿਲ ਦੇ ਜਜ਼ਬੇ ਅੱਖਰਾਂ ਦੇ ਨਾਲ ਪਰੋ ਕੇ ਕਿਤਾਬਾਂ ਬਣਾ ਕੇ ਆਪ ਜੀ ਦੇ ਸਨਮੁਖ ਰੱਖਦੇ ਨੇ। ਇਹ ਰੂਹ ਦਾ ਮੰਚ ਹੈ, ਪੰਜਾਬੀ ਵਿਰਾਸਤ ਰੂਹ ਦਾ ਮੰਚ, ਰੂਹ ਦੀਆਂ ਗੱਲਾਂ। ਰੂਹ ਦੀਆਂ ਗੱਲਾਂ ਦੇ ਪ੍ਰੋਗਰਾਮ ਦੇ ਵਿੱਚ ਅੱਜ ਸਾਡੇ ਕੋਲ ਸਤਿਕਾਰਯੋਗ ਬੀਬੀ ਜੋਗਿੰਦਰ ਕੌਰ ਅਗਨੀਹੋਤਰੀ ਜੀ
ਅੱਜ ਸਾਡੇ ਨਾਲ ਇਸ ਪ੍ਰੋਗਰਾਮ ਵਿੱਚ ਹਾਜ਼ਰ ਹੋਏ ਨੇ। ਪੰਜਾਬ ਤੋਂ ਨੇ। ਪੰਜਾਬ ਤੋਂ ਇਹ ਕਿਹੜੇ ਸ਼ਹਿਰ ਦੇ ਵਸਨੀਕ ਨੇ, ਕਿੱਥੇ ਇਹਨਾਂ ਦਾ ਜਨਮ ਹੋਇਆ, ਇਹ ਕੀ ਕਰਦੇ ਨੇ, ਉਹ ਸਾਰੀਆਂ ਗੱਲਾਂ ਅਸੀਂ ਭੈਣ ਜੀ ਜੋਗਿੰਦਰ ਕੌਰ ਜੀ ਨਾਲ ਕਰਾਂਗੇ, ਇਹਨਾਂ ਤੋਂ ਜਾਣਾਂਗੇ। ਤੇ ਆਪ ਜੀ ਵੀ ਮੈਨੂੰ ਪਤਾ ਕਿ ਬੜੇ ਬੇਸਬਰੀ ਨਾਲ ਇੰਤਜ਼ਾਰ ਕਰਦੇ ਹੋ ਕਿ ਸਾਡਾ ਇੱਕ ਨਵਾਂ ਮਹਿਮਾਨ ਆਵੇ, ਆਪਾਂ ਉਹਨਾਂ ਨੂੰ ਮਿਲੀਏ। ਭਾਵੇਂ ਕਿ ਲੋਕਡਾਊਨ ਹੈ, ਪਰ ਆਪਾਂ ਉਹਨਾਂ ਨੂੰ ਮਿਲਣਾ ਚਾਹੁੰਦੇ ਹਾਂ, ਦੇਖਣਾ ਚਾਹੁੰਦੇ ਹਾਂ। ਆਓ ਜੀ, ਸਭ ਤੋਂ ਪਹਿਲਾਂ ਜੋਗਿੰਦਰ ਕੌਰ ਜੀ ਨੂੰ ਆਪਾਂ ਪੰਜਾਬੀ ਵਿਰਾਸਤ ਤੇ ਇਸ ਮੰਚ ਤੇ ਇਹਨਾਂ ਦਾ ਨਿੱਘਾ ਸਵਾਗਤ ਕਰੀਏ, ਫਤਿਹ ਬੁਲਾਈਏ। ਭੈਣ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕਿਸ ਤਰ੍ਹਾਂ, ਠੀਕ ਹੋ ਜੀ? ਹਾਂਜੀ ਬਿਲਕੁਲ, ਤੁਸੀਂ ਸੁਣਾਓ। ਬਿਲਕੁਲ ਜੀ, ਚੜ੍ਹਦੀ ਕਲਾ ਜੀ। ਤੁਹਾਡਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਇਸ ਪ੍ਰੋਗਰਾਮ ਦੇ ਵਿੱਚ, ਰੂਹ ਦੀਆਂ ਗੱਲਾਂ ਵਿੱਚ। ਧੰਨਵਾਦ ਜੀ ਤੁਹਾਡਾ, ਤੁਸੀਂ ਮੈਨੂੰ ਇਸ ਮੌਕੇ ਤੇ ਬੁਲਾਇਆ ਤੇ ਪੰਜਾਬੀ ਸਾਹਿਤਕਾਰਾਂ ਨਾਲ, ਪੰਜਾਬੀ ਪ੍ਰੇਮੀਆਂ ਨਾਲ ਜੁੜਿਆ। ਤੁਹਾਡੀ ਆਪਣੀ ਆਵਾਜ਼ ਹੈ ਤੇ ਤੁਸੀਂ ਇੱਕ ਬੜੇ ਹੀ ਵਧੀਆ ਲੇਖਕ ਵੀ ਹੈਗੇ ਹੋ। ਮੈਂ ਸਭ ਤੋਂ ਪਹਿਲਾਂ ਆਪ ਜੀ ਨਾਲ ਗੱਲ ਕਰਨਾ ਚਾਹਾਂਗੀ, ਤੁਸੀਂ ਆਪਣੇ ਪਿਛੋਕੜ ਬਾਰੇ ਥੋੜਾ ਜਿਹਾ ਦੱਸੋ। ਆਪ ਜੀ ਦਾ ਜਨਮ ਕਿੱਥੇ ਹੋਇਆ ਤੇ ਆਪ ਜੀ ਕਿਹੜੇ ਸ਼ਹਿਰ ਵਿੱਚ ਆਪ ਜੀ ਰਹਿੰਦੇ ਹੋ ਇਸ ਸਮੇਂ? ਮੇਰਾ ਜਨਮ ਪੰਜਾਬ ਦੇ ਵਿੱਚ ਮਾਨਸਾ ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਪਿੰਡ, ਜੋ ਕਿ ਮਾਨਸਾ ਤੋਂ 5 ਕਿਲੋਮੀਟਰ ਦੂਰ ਹੈ, ਕੋਟ ਲੱਲੂ ਪਿੰਡ ਵਿੱਚ ਹੋਇਆ ਜੀ। ਮੇਰੇ ਪਿਤਾ ਜੀ ਅਧਿਆਪਕ ਸੀ ਤੇ ਮਦਰ ਮੇਰੇ ਸੀ ਜਿਹੜੇ ਉਹ ਘਰੇਲੂ ਗ੍ਰਹਿਣੀ ਸੀ। ਲੇਕਿਨ ਘਰੇਲੂ ਗ੍ਰਹਿਣੀ ਹੋਣ ਦੇ ਬਾਵਜੂਦ ਵੀ ਉਹਨਾਂ ਨੂੰ ਪੜ੍ਹਾਈ ਦੇ ਨਾਲ ਬਹੁਤ ਲਗਾਵ ਸੀ ਜੀ। ਉਹ ਪੜ੍ਹਦੇ, ਰੇਡੀਓ ਸੁਣਨਾ ਉਹਨਾਂ ਦਾ ਸ਼ੌਂਕ ਸੀ। ਰੇਡੀਓ ਤੋਂ ਡਰਾਮੇ ਸੁਣਨਾ ਜਾਂ ਹੋਰ ਲੋਕ ਗੀਤ ਜਾਂ ਹੋਰ ਪ੍ਰੋਗਰਾਮ ਸੁਣਨਾ, ਕਾਨੂੰਨੀ ਸਲਾਹ ਨੂੰ ਸੁਣਨ ਦੇ ਵੀ ਉਹ ਸ਼ੌਕੀਨ ਸੀ ਜੀ। ਇਸ ਕਰਕੇ ਮੈਨੂੰ ਬਚਪਨ ਤੋਂ ਕਿਤਾਬਾਂ ਪੜ੍ਹਨ ਦਾ ਸ਼ੌਂਕ ਸੀ ਤੇ 5ਵੀਂ ਵਿੱਚ ਮੈਂ ਲਿਖਣਾ ਸ਼ੁਰੂ ਕਰ ਦਿੱਤਾ ਸੀ। ਇਹ ਮੇਰੇ ਪਿਤਾ ਜੀ ਤੇ ਸਾਡਾ ਪਰਿਵਾਰ ਸੀ ਜਿਹੜਾ ਖੁੱਲੇ ਵਿਚਾਰਾਂ ਦਾ ਸੀ। ਕੋਈ ਘਰ ਦੇ ਵਿੱਚ ਇਹੋ ਜਿਹੀ ਰੋਕ ਟੋਕ ਨਹੀਂ ਸੀ ਕਿ ਲੜਕੀਆਂ ਨੂੰ ਪੜ੍ਹਾਇਆ ਨਾ ਜਾਵੇ ਜਾਂ ਲਿਖਣ ਵਾਲਾ ਜਿਹੜਾ ਇਹ ਕੰਮ ਹੈ, ਇਸ ਨੂੰ ਆਮ ਤੌਰ ਤੇ ਲੋਕ ਵਰਜਦੇ ਨੇ ਲੜਕੀਆਂ ਨੂੰ ਲਿਖਣ ਤੋਂ ਜਾਂ ਪਾਬੰਦੀਆਂ ਲਾ ਦਿੰਦੇ ਨੇ। ਪਰ ਸਾਡੇ ਘਰ ਦੇ ਵਿੱਚ ਬਹੁਤ ਵਧੀਆ ਮਾਹੌਲ ਸੀ, ਜਿਸ ਕਰਕੇ ਮੈਨੂੰ ਇਹ ਮੌਕਾ ਮਿਲਿਆ। ਸੋ ਬਹੁਤ ਅੱਛੀ ਗੱਲ ਹੈ ਕਿ ਜਿਹੜੇ ਕਿ ਘਰ ਦੇ ਵਿੱਚ ਖੁੱਲਾ ਮਾਹੌਲ ਹੋਵੇ, ਖੁੱਲੀ ਸੋਚ ਹੋਵੇ, ਜਿੱਥੇ ਸਾਰੇ ਲਿਖ ਸਕਦੇ ਨੇ। ਤੇ ਜਦੋਂ ਆਪ ਜੀ ਨੇ ਪਹਿਲੀ ਵਾਰੀ ਲਿਖਣਾ ਸ਼ੁਰੂ ਕੀਤਾ, ਜਦੋਂ ਆਪ ਜੀ ਕਹਿ ਰਹੇ ਹੋ ਕਿ 5ਵੀਂ ਕਲਾਸ ਵਿੱਚ ਸੀ ਤੇ ਆਪ ਜੀ ਨੇ ਪਹਿਲੀ ਵਾਰੀ ਲਿਖਿਆ, ਮੈਂ ਪੁੱਛ ਸਕਦੀ ਹਾਂ ਆਪ ਜੀ ਨੂੰ ਕਿ ਆਪ ਜੀ ਨੇ ਉਸ ਵੇਲੇ ਕੋਈ ਕਹਾਣੀ ਲਿਖੀ ਸੀ ਜਾਂ ਕੋਈ ਕਵਿਤਾ ਉਸ ਟਾਈਮ ਉਚਾਰਨ ਕੀਤੀ ਸੀ? ਜਦੋਂ ਮੈਂ 5ਵੀਂ ਚ ਪੜ੍ਹਦੀ ਸੀ, ਉਸ ਟਾਈਮ ਇੱਕ ਕਵਿਤਾ ਲਿਖੀ ਮੈਂ, ਪਾਰੋ। ਉਹ ਇੱਕ ਔਰਤ ਦੇ ਸੀ ਕਵਿਤਾ। ਉਹ ਕਵਿਤਾ ਮੈਂ ਲਿਖ ਕੇ ਮੈਂ ਆਪਦੀ ਮਤਲਬ ਪਾਪਾ ਜੀ ਨੂੰ ਸੁਣਾਈ, ਆਪਦੀ ਮਦਰ ਨੂੰ ਸੁਣਾਈ ਤੇ ਫਿਰ ਉਹ ਬਹੁਤ ਖੁਸ਼ ਹੋਏ। ਉਹਨਾਂ ਨੂੰ ਇਸ ਚੀਜ਼ ਦੀ ਖੁਸ਼ੀ ਸੀ ਵੀ ਜੀ। ਸਾਡਾ ਬੱਚਾ ਕਿਸੇ ਪਾਸੇ, ਇਸ ਲਾਈਨ ਵੱਲ ਜਾ ਰਿਹਾ ਹੈ। ਕੀ ਉਸ ਕਵਿਤਾ ਦੇ ਕੁਝ ਬੋਲ ਤੁਹਾਨੂੰ ਯਾਦ ਹੋਣਗੇ ਪਾਰੋ ਦੇ? ਅਗਰ ਆਪ ਜੀ ਚਾਹੋ ਤਾਂ ਆਪ ਜੀ ਸਾਡੇ ਦਰਸ਼ਕਾਂ ਨਾਲ ਸਾਂਝਾ ਕਰ ਸਕਦੇ ਹੋ। ਉਹ ਤਾਂ ਨਹੀਂ ਹੁਣ ਜੀ ਯਾਦ ਹੈਗੇ, ਹੁਣ ਤਾਂ ਬਹੁਤ ਟਾਈਮ ਹੋ ਗਿਆ ਬਚਪਨ ਦਾ, ਤੇ ਜੀ। ਲਾਈਨ ਨਹੀਂ ਯਾਦ ਹੈਗੀਆਂ ਮੇਰੇ ਉਸ ਟਾਈਮ। ਠੀਕ ਹੈ ਜੀ। ਤੇ ਫਿਰ ਉਸ ਤੋਂ ਬਾਅਦ ਜਦੋਂ ਆਪ ਜੀ ਨੂੰ ਲੱਗਾ ਕਿ ਹੁਣ ਆਪ ਜੀ ਲਿਖ ਸਕਦੇ ਹੋ, ਆਪ ਜੀ ਆਪਣੇ ਜੀਵਨ ਦੇ ਵਿੱਚ ਜਿਹੜਾ ਤੁਹਾਡੇ ਜੀਵਨ ਤੇ ਸੰਘਰਸ਼ ਵੀ ਬਹੁਤ ਵੱਡਾ ਆਇਆ, ਆਪ ਜੀ ਨੇ ਸੰਘਰਸ਼ ਵੀ ਦੇਖਿਆ। ਆਪ ਜੀ ਕਿੰਨੀਆਂ ਕੁ ਕਲਾਸਾਂ, ਆਪਣੀ ਐਜੂਕੇਸ਼ਨ ਲੈਵਲ ਕਿੱਥੋਂ ਤੱਕ ਰਹੀ ਹੈ, ਕਿੰਨਾ ਪੜ੍ਹੇ ਹੋ ਮੈਂ ਆਪ? ਐਮਏ ਪੰਜਾਬੀ ਸੈਕੰਡ ਡਿਵੀਜ਼ਨ ਆ ਜੀ। ਤੇ ਬੀਐਡ ਕੀਤੀ ਹੋਈ ਹੈ ਮੇਰੀ। ਠੀਕ ਹੈ। ਤੇ ਫਿਰ ਜਦੋਂ ਪੜ੍ਹਾਈ ਖਤਮ ਕਰਨ ਤੋਂ ਬਾਅਦ ਆਪ ਦਾ ਇੱਕਦਮ ਹੀ ਲਿਖਣ ਵੱਲ ਆਪ ਜੀ ਪ੍ਰੇਰਿਤ ਹੋ ਗਏ ਜਾਂ ਉਸ ਤੋਂ ਪਹਿਲਾਂ ਆਪ ਜੀ ਨੇ ਕੁਛ ਹੋਰ ਕੀਤਾ ਹੈਗਾ ਜਾਂ ਕਿਤੇ ਜੋਬ ਜਾਂ ਕੁਛ ਇਸ ਤਰ੍ਹਾਂ ਦਾ? ਜੀ ਮੈਨੂੰ ਪ੍ਰਾਈਵੇਟ ਜੌਬ ਕਰਨੀ ਨਾ ਤਾਂ ਮੈਨੂੰ ਪਸੰਦ ਸੀ, ਨਾ ਹੀ ਮੇਰੇ ਪਰਿਵਾਰ ਨੂੰ ਪ੍ਰਾਈਵੇਟ ਜੌਬ ਕਰਨੀ ਪਸੰਦ ਸੀ। ਮੈਂ ਜੀ। ਤਾਂ ਬਲਕਿ ਸਰਕਾਰੀ ਜੌਬ ਵੀ ਕੀਤੀ ਹੈ ਤੇ ਜੀ। ਕਰਨ ਤੋਂ ਪਹਿਲਾਂ ਹੀ ਮੈਂ ਲਿਖਣਾ ਸ਼ੁਰੂ ਕਰਤਾ ਸੀ। ਹੌਲੀ ਹੌਲੀ ਮਤਲਬ ਮੇਰਾ ਜਿਹੜਾ ਮੈਟਰ ਸੀ ਇਕੱਠਾ ਹੁੰਦਾ ਗਿਆ ਤੇ 1990 ਵਿੱਚ ਮੇਰੀਆਂ 2 ਕਿਤਾਬਾਂ ਛਪ ਕੇ ਆਈਆਂ, ਸੱਖਣਾ ਵਿਹੜਾ ਤੇ ਮਾਸ ਦਾ ਬੁੱਤ। ਸੱਖਣਾ ਵਿਹੜਾ, ਮੈਂ ਜਦੋਂ ਇਹ ਨਾਂ ਸੁਣਿਆ ਸੀ ਸੱਖਣਾ ਵਿਹੜਾ, ਸੱਖਣੇ ਵਿਹੜੇ ਦੇ ਵਿੱਚ ਤੁਸੀਂ ਕੀ ਮਹਿਸੂਸ ਕੀਤਾ ਸੀ ਕਿ ਕਿਹੜੇ ਖਿਆਲ ਸਨ ਉਹਦੇ ਵਿੱਚ? ਤੁਸੀਂ
ਕੀ ਸੋਚ ਕੇ ਸਖਣਾ ਵੇੜਾ ਇਸ ਕਿਤਾਬ ਨੂੰ ਟਾਈਟਲ ਦਿੱਤਾ? ਥੋੜਾ ਇਹਦੇ ਵਾਸਤੇ ਬਰੀਫਲੀ ਇਸ ਕਿਤਾਬ ਦੇ ਵਿੱਚ ਜੋ ਤੁਸੀਂ ਲਿਖਿਆ ਉਹਦੇ ਬਾਰੇ ਦੱਸ ਸਕਦੇ ਹੋ? ਬੇੜਾ ਸਿਰਲੇਖ ਹੈ ਮੈਡਮ, ਇੱਕ ਕਹਾਣੀ ਹੈ ਜਿਸ ਵਿੱਚ ਇੱਕ ਅਮੀਰ ਵਿਅਕਤੀ ਜੀ, ਦੇ ਘਰ ਬੱਚਾ ਨਾ ਹੋਣ ਕਾਰਨ ਉਸਦੇ 4 ਵਿਆਹ ਹੁੰਦੇ ਨੇ। ਠੀਕ ਹੈ। 4 ਵਿਆਹਾਂ ਦੇ ਵਿੱਚ ਵੀ ਜਦੋਂ ਚੌਥਾ ਵਿਆਹ ਉਹ ਕਰਵਾਉਂਦਾ ਹੈ ਤਾਂ ਇੱਕ ਆਪਦੀ ਸਰਮਾਏਦਾਰੀ ਦੇ ਨਸ਼ੇ ਦੇ ਵਿੱਚ ਉਹ ਦੂਸਰੇ ਨਸ਼ੇ ਦਾ ਵੀ ਇੰਨਾ ਸੇਵਨ ਕਰਦਾ ਹੈ ਕਿ ਵਿਆਹ ਵਾਲੀ ਰਾਤ ਹੀ ਉਸਦੀ ਡੈਥ ਹੋ ਜਾਂਦੀ ਹੈ। ਜੀ, ਕਾਰਨ ਉਸਦਾ ਵਿਹੜਾ ਸਖਣੇ ਹੀ ਰਹਿ ਜਾਂਦਾ ਹੈ। ਜਿਸ ਵਿਹੜੇ ਨੂੰ ਉਹ ਖੁਸ਼ਹਾਲ ਬਣਾਉਣ ਵਾਸਤੇ ਚੌਥਾ ਵਿਆਹ ਕਰਵਾਉਂਦਾ ਹੈ, ਉਹ ਵਿਹੜਾ ਫਿਰ ਵੀ ਸਖਣਾ ਹੀ ਰਹਿ ਜਾਂਦਾ ਹੈ। ਸੋ ਕਿਉਂਕਿ ਕਈ ਵਾਰੀ ਅਸੀਂ ਕਿਤਾਬਾਂ ਲਿਖਦੇ ਹਾਂ ਤਾਂ ਉਹਦੇ ਵਿੱਚ ਕੁਛ ਨਾ ਕੁਛ ਰਹੱਸ ਹੁੰਦਾ ਉਹਦੇ ਟਾਈਟਲ ਤੋਂ। ਸੋ ਬਹੁਤ ਵਧੀਆ ਕਿ ਵਾਕਈ ਕਿ ਅਸੀਂ ਜੀ ਭਾਗਾਂ ਵਿੱਚ ਦਾਤ ਨਹੀਂ ਹੈ। ਹਾਂਜੀ, ਮੇਰਾ ਹਾਂਜੀ, ਇਹ ਮੰਨਣਾ ਹੈ ਕਿ ਭਾਵੇਂ ਪਹਿਲਾ ਵਿਆਹ ਕਰ ਲਓ ਤੇ ਭਾਵੇਂ 10ਵਾਂ ਕਰ ਲਓ, ਜੇ ਭਾਗਾਂ ਵਿੱਚ ਦਾਤ ਨਹੀਂ ਹੈ ਤਾਂ ਉਹ ਵਿਹੜੇ ਸਖਣੇ ਹੀ ਰਹਿ ਜਾਂਦੇ ਨੇ। ਪਰ ਇਸ ਤੁਹਾਡੀ ਕਿਤਾਬ ਦੇ ਜਿਹੜੇ ਜਿਸ ਦਾ ਮੈਂ ਅਨੁਭਵ ਕਰ ਰਹੀ ਹਾਂ, ਇਹਦੇ ਵਿੱਚ ਸਾਡੀ ਇਸਤਰੀ ਜਾਤ ਨੂੰ, ਔਰਤ ਨੂੰ ਇੱਕ ਬੜੀ ਵੱਡੀ ਸੂਝ ਦਿੱਤੀ ਜਾ ਰਹੀ ਹੈ ਕਿ ਇੱਕ ਔਰਤ ਦੀ ਦੁਸ਼ਮਣ ਨਾ ਬਣੇ। ਜੇ ਇੱਕ ਦੇ ਨਾਲ ਦਾਤ ਪ੍ਰਾਪਤ ਨਹੀਂ ਹੋਈ ਹੈ ਤੇ ਭਾਵੇਂ 4 ਕਰ ਲਈਏ ਤੇ ਭਾਵੇਂ 10 ਕਰ ਲਈਏ, ਜੇ ਹੈ ਤਾਂ ਹੈ, ਨਹੀਂ ਤਾਂ ਨਹੀਂ। ਨਹੀਂ ਜੀ, ਬਿਲਕੁਲ ਸਹੀ ਹੈ। ਸੋ ਮੈਂ ਤੁਹਾਡੀ ਕਿਤਾਬ ਪੜ੍ਹੀ ਨਹੀਂ ਹੈ, ਪਰ ਤੁਹਾਡੀ ਕਿਤਾਬ ਦਾ ਜਿਹੜਾ ਕਿ ਹੈਡ ਸੀਗਾ, ਜਿਹੜੀ ਕਿ ਉਹਦੇ ਤੋਂ ਮੈਂ ਅਨੁਭਵ ਲਗਾ ਲਿਆ ਕਿ ਇਹਦੇ ਵਿੱਚ ਇੱਕ ਬੜੀ ਵੱਡੀ ਸੀਖ ਸਾਨੂੰ ਔਰਤਾਂ ਨੂੰ ਵੀ ਦਿੱਤੀ ਗਈ ਹੈ ਕਿ ਅਸੀਂ ਇੱਥੇ ਕਿਵੇਂ ਚੱਲਣਾ। ਤੇ ਜਿਹੜੀ ਇੱਕ ਤੁਹਾਡਾ ਸੀਗਾ ਦੂਸਰੀ ਕਿਤਾਬ ਜਿਹੜੀ ਮਾਸ ਦਾ ਬੁੱਤ, ਇਹ ਵੀ ਹਾਂਜੀ, ਇਹਦੇ ਬਾਰੇ ਵੀ ਤੁਸੀਂ ਥੋੜਾ ਜਿਹਾ ਦੱਸ ਦਿਓ ਕਿ ਇਸ ਕਿਤਾਬ ਦਾ ਮੇਨ ਜਿਹੜਾ ਕਿ ਬਰੀਫਲੀ ਜਾਂ ਮੋਟਿਵ ਕੀ ਸੀਗਾ ਕਿ ਤੁਸੀਂ ਇਹ ਕਿਤਾਬ ਲਿਖੀ? ਮਾਸ ਦਾ ਬੁੱਤ ਮੈਡਮ ਉਸ ਔਰਤ ਦੀ ਕਹਾਣੀ ਹੈ ਜਿਹੜੀ ਦਾਜ ਦੇ ਲਾਲਚ ਦੇ ਵਿੱਚ ਆਪਣੇ ਬੱਚੇ ਦਾ, ਆਪਣੇ ਲੜਕੇ ਦਾ ਦੂਜਾ ਵਿਆਹ ਕਰਨ ਵਾਸਤੇ ਆਪਣੀ ਨੂੰਹ ਨੂੰ ਜ਼ਹਿਰ ਦੇ ਦਿੰਦੀ ਹੈ। ਜੀ, ਹਾਂ, ਤੇ ਉਹ ਲੜਕੇ ਨੂੰ ਆਪਦੇ ਨੂੰ ਕਹਿੰਦੀ ਹੈ ਕਿ ਇਹਨਾਂ ਮਾਸ ਦੇ ਬੁੱਤਾਂ ਦਾ ਤੈਨੂੰ ਕੋਈ ਘਾਟਾ ਨਹੀਂ, ਤੇ ਜੇ ਇਹ ਮਰ ਜਾਊਗੀ ਤਾਂ ਆਪਾਂ ਹੋਰ ਲੈਵਾਂਗੇ। ਬਿਲਕੁਲ ਉਹੀ ਜਿਹੜੀ ਸਾਡੀ ਸੋਚ ਕਿੱਥੇ ਖੜੀ ਹੈ, ਅਸੀਂ ਕਿਸ ਸਮਾਜ ਦੇ ਵਾਰਸਾਂ, ਕਿਸ ਇਤਿਹਾਸ ਵਿੱਚ ਔਰਤ ਨੂੰ ਕਿੰਨਾ ਵੱਡਾ ਦਰਜਾ ਤੇ ਮਾਨ ਸਤਿਕਾਰ ਬਖਸ਼ਿਆ ਹੋਇਆ। ਪਰ ਜਦੋਂ ਅਸੀਂ ਆਪਣੀ ਗ੍ਰਸਤੀ ਵੱਲ ਆ ਜਾਂਦੇ ਹਾਂ, ਉੱਥੇ ਗ੍ਰਸਤੀ ਵਿੱਚ ਅਸੀਂ ਔਰਤਾਂ ਹੀ ਸਭ ਤੋਂ ਬਿਲਕੁਲ, ਜ਼ਿਆਦਾ ਉਹੋ ਜਿਹੇ ਕਾਰਜ ਕਰਦੇ ਹਾਂ ਜੋ ਕਿ ਸਮਾਜ ਨੂੰ ਬਿਲਕੁਲ ਪ੍ਰਵਾਨ ਵੀ ਨਹੀਂ ਹੁੰਦੇ। ਹਾਂਜੀ। ਬਿਲਕੁਲ ਜੀ। ਸੋ ਆਪ ਆਪਣੀ ਜ਼ਿੰਦਗੀ ਦੇ ਵਿੱਚ ਜਿਹੜਾ ਆਪ ਜੀ ਨੇ ਸੰਘਰਸ਼ ਲੜਿਆ ਤੇ ਜਿਸ ਸੰਘਰਸ਼ ਲੜਨ ਦੇ ਨਾਲ ਅੱਜ ਆਪ ਜੀ ਇਸ ਮੁਕਾਮ ਤੇ ਪਹੁੰਚੋ, ਉਸ ਸੰਘਰਸ਼ ਬਾਰੇ ਥੋੜਾ ਜਿਹਾ ਆਪ ਜੀ ਚਾਨਣਾ ਪਾਓ। ਮੈਡਮ, ਸੰਘਰਸ਼ ਜੀਵਨ ਹੀ ਸੰਘਰਸ਼ ਹੈ। ਮੇਰੇ ਜੀਵਨ ਦਾ ਅਸੂਲ ਹੈ, ਮੈਂ ਕਦੇ ਵੀ ਸੰਘਰਸ਼ ਦੇ ਵਿੱਚ, ਮੁਸ਼ਕਲ ਦੇ ਵਿੱਚ ਮੈਂ ਕਦੇ ਘਬਰਾਈ ਨਹੀਂ। ਜੀ, ਮੈਂ ਹਮੇਸ਼ਾ ਮੁਸ਼ਕਲ ਦੇ ਵਿੱਚ, ਠੀਕ ਹੈ ਦੁੱਖ ਦਰਦ ਤਾਂ ਅੰਦਰ ਹੀ ਹੁੰਦਾ ਹੈ, ਲੇਕਿਨ ਦੁੱਖ ਦਰਦ ਨੂੰ ਲੈ ਕੇ ਮੈਂ ਉਸ ਨੂੰ ਅੰਦਰ ਹੰਢਾ ਕੇ ਆਪਦੇ ਮੰਜ਼ਿਲ ਦੇ ਵੱਲ, ਆਪਦਾ ਸਿੱਧੇ ਰਾਹ ਤੇ ਚੱਲੀ ਹਾਂ। ਮੈਂ ਕਿਸੇ ਵੱਲ ਕੋਈ ਧਿਆਨ ਨਹੀਂ ਦਿੱਤਾ ਹੈਗਾ। ਜੋ ਦੁੱਖ ਸੀ, ਜੋ ਵੀ ਹੁੰਦਾ ਹੈ, ਉਸ ਨੂੰ ਜੇ ਆਪਾਂ ਸੁਧਾਰ ਨਹੀਂ ਸਕਦੇ ਤਾਂ ਫਿਰ ਉਸ ਦੇ ਅਨੁਸਾਰ ਆਪਾਂ ਨੂੰ ਨਵਾਂ ਰੂਪ ਉਸਦਾ ਕੋਈ ਨਾ ਕੋਈ ਲੱਭਣਾ ਪੈਂਦਾ, ਤਾਂ ਕਿ ਸਾਡੀ ਜ਼ਿੰਦਗੀ ਹੈ ਜਿਹੜੀ ਸਹੀ ਰੀਤ ਤੇ ਆ ਸਕੇ। ਮਤਲਬ ਕਿ ਦੁੱਖਾਂ ਨੂੰ ਅੰਦਰ ਹੀ ਛੁਪਾ ਕੇ ਨਵਾਂ ਸੂਰਜ ਦੀ ਤਲਾਸ਼ ਵਾਸਤੇ ਬਾਹਰ ਨਿਕਲਣਾ ਪੈਂਦਾ ਹੈ। ਜੀ, ਬਿਲਕੁਲ। ਤੇ ਜਦੋਂ ਤੁਸੀਂ ਇਸ ਸੰਘਰਸ਼ ਵੱਲ ਅੱਗੇ ਵਧੇ ਇੱਕ ਨਵੀਂ ਸੋਚ ਨੂੰ ਲੈ ਕੇ, ਤੇ ਉਹਦੇ ਵਿੱਚ ਆਪ ਜੀ ਨੇ ਇੱਕ ਕੋਈ ਕਵਿਤਾ ਆਪਣੀ ਲਿਖੀ ਸੀਗੀ। ਆਪ ਜੀ ਉਸ ਕਵਿਤਾ ਦਾ ਜ਼ਿਕਰ ਕਰਦੇ ਹੋ ਸਾਡੇ ਨਾਲ, ਕਿਉਂਕਿ ਜਦੋਂ ਇੱਕ ਨਵਾਂ ਕਦਮ ਅਸੀਂ ਪੁੱਟਦੇ ਹਾਂ ਤੇ ਨਵੇਂ ਕਦਮ ਦੇ ਨਾਲ ਇੱਕ ਨਵੀਂ ਸੋਚ ਆਉਂਦੀ ਹੈ, ਤੇ ਉਹ ਜਿਹੜੀ ਨਵੀਂ ਸੋਚ ਤੁਹਾਡੀ ਉਹ ਅੰਦਰੋਂ ਉਜਾਗਰ ਹੋਈ, ਉਹ ਸਾਹਮਣੇ ਰੱਖੋ ਤੁਸੀਂ। ਮੈਡਮ, ਵੱਡੇ ਵੱਡੇ ਜਿਹੜੇ ਸਾਡਾ ਇਤਿਹਾਸ ਹੈ, ਇਸ ਦੇ ਵਿੱਚ ਸਾਡੇ ਜਿਹੜੇ ਨਾਇਕ ਨੇ, ਜੀ, ਜਿਵੇਂ ਸਾਡੇ ਨਾਇਕ ਨੇ ਗੁਰੂ ਗੋਬਿੰਦ ਸਿੰਘ ਜੀ, ਜੀ, ਮਾਤਾ ਦੁਰਗਾ, ਜੀ, ਝਾਂਸੀ ਰਾਣੀ, ਜਿਨ੍ਹਾਂ ਨੇ ਜੀਵਨ ਦੇ ਵਿੱਚ ਸੰਘਰਸ਼ ਦੇਖਿਆ ਹੈਗਾ। ਜੀ, ਝਾਂਸੀ ਦੀ ਰਾਣੀ ਨੂੰ ਆਪਾਂ
ਇਤਿਹਾਸਕ ਪਾਤਰ ਮੰਨਾਂਗੇ, ਗੋਬਿੰਦ ਸਿੰਘ ਜੀ ਨੂੰ ਆਪਾਂ ਇਤਿਹਾਸਕ ਪਾਤਰ ਮੰਨਾਂਗੇ, ਲੇਕਿਨ ਦੁਰਗਾ ਮਾਤਾ ਨੂੰ ਆਪਾਂ ਇੱਕ ਮਿਥਿਹਾਸਕ ਪਾਤਰ ਵੀ ਮੰਨ ਸਕਦੇ ਹਾਂ ਜੀ। ਇਹਨਾਂ ਤੋਂ ਸਾਨੂੰ ਇਹ ਸਾਡੇ ਜੀਵਨ ਨੂੰ ਸੇਧ ਦੇਣ ਵਾਲੀਆਂ ਮਤਲਬ ਸ਼ਖਸੀਅਤਾਂ ਨੇ, ਜਿਨ੍ਹਾਂ ਦੇ ਨਾਲ ਅਸੀਂ, ਜਿਨ੍ਹਾਂ ਨੇ ਦੁੱਖ ਸੁੱਖ ਸਹਿ ਕੇ ਵੀ ਆਪਦੇ ਜੀਵਨ ਤੋਂ ਘਬਰਾਏ ਨਹੀਂ ਤੇ ਆਪ ਨੂੰ ਖਿੜੇ ਮੱਥੇ ਹਰ ਮੁਸ਼ਕਲ ਨੂੰ ਸਹਾਰਿਆ ਤੇ ਉਸ ਦਾ ਡਟ ਕੇ ਮੁਕਾਬਲਾ ਕੀਤਾ। ਕਿਉਂ ਨਾ ਅਸੀਂ ਇਹਨਾਂ ਲੋਕਾਂ ਦੇ ਅਨੁਯਾਈ ਬਣੀਏ ਤੇ ਇਹਨਾਂ ਦੇ ਲੀਹ ਤੇ ਚੱਲੀਏ। ਜੀ ਬੇਸ਼ੱਕ ਨੂੰ ਲੋਕ ਪਰਾਇਆ ਧਨ ਕਹਿੰਦੇ ਨੇ, ਪਰ ਫਿਰ ਵੀ ਮੈਂ ਕਹਿੰਦੀ ਹਾਂ ਵੀ ਲੋਕਾਂ ਨੂੰ ਇਹ ਸੋਚ ਦਿਲ ਦੇ ਵਿੱਚੋਂ ਕੱਢਣੀ ਚਾਹੀਦੀ ਹੈ, ਲੜਕੀਆਂ ਪਰਾਇਆ ਧਨ ਨਹੀਂ ਹਨ, ਇਹ ਮਾਂ-ਬਾਪ ਦਾ ਹੀ ਸਰਮਾਇਆ ਹਨ, ਜੇਕਰ ਉਹਨਾਂ ਨੂੰ ਚੰਗੀ ਤਰ੍ਹਾਂ ਸਮਝਿਆ ਜਾਏ। ਜੀ। ਇਸ ਤੇ ਮੈਂ ਤੁਹਾਡਾ ਸਰਮਾਇਆ ਤੇ ਇੱਕ ਕਵਿਤਾ ਬੋਲ ਰਹੀ ਹਾਂ। ਤੁਹਾਡਾ ਸਰਮਾਇਆ। ਲੋਕੀ ਲੀਕ ਨੂੰ ਕੁੱਟਦੇ ਰਹਿੰਦੇ, ਲੋਕੀ ਲੀਕ ਨੂੰ ਕੁੱਟਦੇ ਰਹਿੰਦੇ, ਧੀਆਂ ਧਨ ਪਰਾਇਆ ਕਹਿੰਦੇ, ਔਰਤ ਨੂੰ ਅਬਲਾਹੀ ਕਹਿੰਦੇ। ਪਰ ਮੈਂ ਲੀਕ ਨਹੀਂ ਕੁੱਟਾਂਗੀ, ਪਰ ਮੈਂ ਲੀਕ ਨਹੀਂ ਕੁੱਟਾਂਗੀ, ਆਪਣੀ ਗੱਲ ਨੂੰ ਸਹੀ ਕਹਾਂਗੀ, ਅਬਲਾ ਨੂੰ ਸਬਲਾਹੀ ਕਹਾਂਗੀ। ਗੱਲ ਨੂੰ ਲਾਓ ਦੂਜੇ ਬੰਨੇ, ਦੇਖ ਲਓ ਇਤਿਹਾਸ ਦੇ ਪੰਨੇ, ਦੁਰਗਾ ਨੇ ਦੈਂਤਾਂ ਨੂੰ ਮੁਕਾਇਆ, ਉਸਨੇ ਆਪਣਾ ਰੰਗ ਦਿਖਾਇਆ। ਦੁਰਗਾ ਨੇ ਦੈਂਤਾਂ ਨੂੰ ਮੁਕਾਇਆ, ਉਸਨੇ ਆਪਣਾ ਰੰਗ ਦਿਖਾਇਆ, ਵੀਰਤਾ ਦੇ ਸਨ ਜੌਹਰ ਦਿਖਾਏ, ਆਪਣੀ ਜਿੱਤ ਦੇ ਝੰਡੇ ਚਲਾਏ। ਫਿਰ ਦੇਖੋ ਝਾਂਸੀ ਦੀ ਰਾਣੀ, ਫਿਰ ਦੇਖੋ ਝਾਂਸੀ ਦੀ ਰਾਣੀ, ਬਣ ਗਈ ਜਿਸਦੀ ਅਮਰ ਕਹਾਣੀ, ਛੱਡ ਗਈ ਪਿੱਛੇ ਇੱਕੋ ਨਿਸ਼ਾਨੀ, ਦੇਸ਼ ਲਈ ਦਿੱਤੀ ਕੁਰਬਾਨੀ। ਵਾਹ, ਬਿਊਟੀਫੁਲ। ਹਾਂਜੀ। ਆਪਣੀ ਸੌੜੀ ਸੋਚ ਤਿਆਗੋ, ਆਪਣੀ ਸੌੜੀ ਸੋਚ ਤਿਆਗੋ, ਯਾਦ ਕਰੋ ਤੁਸੀਂ ਮਾਈ ਭਾਗੋ। ਆਪਣੀ ਸੌੜੀ ਸੋਚ ਤਿਆਗੋ, ਯਾਦ ਕਰੋ ਤੁਸੀਂ ਮਾਈ ਭਾਗੋ, ਰਤਾ ਨਹੀਂ ਉਹ ਘਬਰਾਈ, ਧਰਮ ਹੇਤ ਜਾਨ ਲੇਖੇ ਲਾਈ। ਕਿਸ ਕਿਸ ਦੇ ਮੈਂ ਨਾਂ ਗਿਣਾਵਾਂ, ਕਿਸ ਕਿਸ ਦੇ ਮੈਂ ਨਾਂ ਗਿਣਾਵਾਂ, ਕਿਸ ਕਿਸ ਦਾ ਦੱਸਾਂ ਸਿਰਨਾਵਾਂ, ਜਿਸਨੇ ਜੱਗ ਵਿੱਚ ਨਾਂ ਕਮਾਇਆ, ਮਾਂ ਬਾਪ ਦਾ ਨਾਂ ਵੀ ਨਾਲ ਹੀ ਆਇਆ। ਬਿਲਕੁਲ ਬਿਲਕੁਲ। ਜੱਗ ਵਿੱਚ ਨਾਂ ਕਮਾਇਆ, ਮਾਂ ਬਾਪ ਦਾ ਨਾਂ ਵੀ ਨਾਲ ਹੀ ਆਇਆ, ਬੇਸ਼ੱਕ ਸਮਝੋ ਧਨ ਪਰਾਇਆ, ਹੈ ਤਾਂ ਇਹ ਤੁਹਾਡਾ ਸਰਮਾਇਆ। ਬੇਸ਼ੱਕ ਸਮਝੋ ਧਨ ਪਰਾਇਆ, ਹੈ ਤਾਂ ਇਹ ਤੁਹਾਡਾ ਸਰਮਾਇਆ। ਬਿਲਕੁਲ ਬਿਲਕੁਲ। ਅਸੀਂ ਕਹਿ ਦਿੰਦੇ ਕਿ ਧੀਆਂ ਧਨ ਪਰਾਈ ਬੇਗਾਨੀਆਂ ਨੇ, ਪਰ ਜਦੋਂ ਇਹ ਬੇਗਾਨੀਆਂ ਧੀਆਂ ਦੂਜੇ ਘਰ 'ਚ ਜਾਂਦੀਆਂ ਨੇ ਤਾਂ ਉੱਥੇ ਕਹਿ ਦਿੰਦੀਆਂ ਨੇ ਕਿ ਇਹ ਪਰਾਈਆਂ ਨੇ, ਇਹਨਾਂ ਨੇ ਕੀ ਸਾਡਾ ਸਾਨਣਾ। ਧੀਆਂ ਦੀ ਤਾਂ ਕਦਰ ਕਿਤੇ ਵੀ ਨਾ ਪੇਕੇ ਘਰ ਉਹਨਾਂ ਨੇ ਰੱਖ ਲਿਆ ਤਾਂ ਨਾ ਸਹੁਰੇ ਘਰ ਨੇ ਰੱਖਿਆ, ਦੋਨਾਂ ਪਾਸੋਂ ਤਿਰਸਕਾਰੀ ਗਈ। ਪਰ ਧੀਆਂ ਧਨ ਬੇਗਾਨਾ ਨਹੀਂ ਹੁੰਦੀਆਂ ਤੇ ਧੀਆਂ ਕਦੀ ਪਰਾਈਆਂ ਨਹੀਂ ਹੁੰਦੀਆਂ। ਜਿਹੜਾ ਆਪਣਾ ਸਭ ਕੁਝ ਵਾਰ ਕੇ ਵੀ ਤੁਹਾਡੇ ਕੋਲ ਤੁਹਾਡਾ ਵੰਸ਼ ਵਧਾਉਣ ਆਉਂਦੀਆਂ ਨੇ, ਫਿਰ ਵੀ ਤੁਸੀਂ ਉਹਨਾਂ ਨੂੰ ਪਰਾਈਆਂ ਕਹਿ ਕੇ ਨਿਵਾਜ ਦਿੰਦੇ ਹੋ। ਇਹ ਤਾਂ ਫਿਰ ਔਰਤ ਨੂੰ ਹੀ ਸੋਚਣਾ ਪੈਣਾ ਕਿ ਉਹਦੀ ਆਪਣੀ ਹੋਂਦ ਕੀ ਹੈ ਤੇ ਉਹ ਕਿਸ ਵਾਸਤੇ ਜੱਗ ਵਿੱਚ ਆਈ ਹੈ। ਸੋ ਭੈਣ ਜੀ ਜੋਗਿੰਦਰ ਕੌਰ ਜੀ ਦੀ ਜਿਹੜੀ ਆ ਕਵਿਤਾ ਬੜੇ ਵਜ਼ਨਦਾਰ ਬੋਲਾਂ ਦੇ ਨਾਲ ਹੈ, ਬਹੁਤ ਹੀ। ਤੇ ਮੈਂ ਭੈਣ ਜੀ ਦੇ ਬਾਰੇ ਜੋਗਿੰਦਰ ਜੀ ਦੇ ਬਾਰੇ ਇੱਕ ਆਪ ਜੀ ਨੂੰ ਦੱਸੀ ਜਾਵਾਂ ਕਿ ਜੋਗਿੰਦਰ ਕੌਰ ਜੀ ਨੇ 35 ਕਿਤਾਬਾਂ ਲਿਖੀਆਂ ਇਹਨਾਂ ਨੇ, ਤੇ ਹਰ ਇੱਕ ਕਿਤਾਬ ਇਹਨਾਂ ਦੀ ਪੜ੍ਹਨ ਯੋਗ ਹੈਗੀ ਹੈ, ਕਿਉਂਕਿ ਜਦੋਂ ਟਾਈਟਲ ਇਹਨਾਂ ਦਾ ਇੰਨਾ ਵਧੀਆ ਹੁੰਦਾ, ਜਿਵੇਂ ਇਹਨਾਂ ਨੇ ਦੱਸਿਆ ਸੀ ਸਖਣਾ ਵੇੜਾ, ਟਾਈਟਲ ਹੀ ਜਿਹਦਾ ਇਤਨਾ ਵਜ਼ਨਦਾਰ ਹੋਵੇ ਤਾਂ ਉਸ ਕਿਤਾਬ ਨੂੰ ਪੜ੍ਹ ਕੇ ਜੀਵਨ ਵਿੱਚ ਬਹੁਤ ਸੁਧਾਰ ਆ ਸਕਦਾ ਹੈ। ਜਿੰਨੇ ਵੀ ਸਾਡੇ ਲੇਖਕ ਨੇ, ਸਾਹਿਤਕਾਰ ਨੇ, ਜੋ ਕਿਤਾਬਾਂ ਲਿਖਦੇ ਨੇ ਆਪਣੀ ਅੰਦਰ ਦੀ ਸੋਚ ਤੇ, ਕਹਿੰਦੇ ਕਿ ਜਦੋਂ ਬੰਦਾ ਆਪਣੇ ਅੰਦਰ ਚਲਾ ਜਾਂਦਾ ਨਾ ਤਾਂ ਉੱਥੋਂ ਫਿਰ ਇੱਕ ਨਵੀਂ ਸੋਚ ਪ੍ਰਗਟ ਹੁੰਦੀ, ਇੱਕ ਨਵੀਂ ਸੋਚ, ਇੱਕ ਨਵਾਂ ਕਿਤਾਬ ਨੇ ਜਨਮ ਲੈਣਾ ਹੁੰਦਾ। ਤੇ ਉਹ ਕਿਤਾਬ ਨੂੰ ਆਪ ਜੀ ਦੇ ਰੂਬਰੂ ਰੱਖ ਕੇ ਆਪ ਨੂੰ ਇੱਕ ਆਪਣੇ ਵਿਚਾਰਾਂ ਦੇ ਨਾਲ ਇੱਕ ਵੱਡਾ ਬ੍ਰਹਿਮੰਡ ਆਪ ਨੂੰ ਦੇ ਰਹੇ। ਕਹਿੰਦੇ ਬ੍ਰਹਿਮੰਡ ਇੱਕ ਤਾਂ ਬਾਹਰ ਹੁੰਦਾ, ਇੱਕ ਆਪਣੇ ਅੰਦਰ ਹੁੰਦਾ। ਜੇ ਅਸੀਂ ਆਪ ਆਪਣੇ ਅੰਦਰ ਜਾ ਕੇ ਉਸ ਬ੍ਰਹਿਮੰਡ ਦੀ ਖੋਜ ਨਹੀਂ ਕਰ ਸਕਦੇ ਹਾਂ, ਤੇ ਜਦੋਂ ਸਾਹਿਤਕਾਰ, ਸਾਡੇ ਸਤਿਕਾਰਯੋਗ ਸਾਹਿਤਕਾਰ ਜਦੋਂ ਲਿਖਦੇ ਨੇ, ਉਹਨਾਂ ਦੀਆਂ ਸਾਹਿਤਾਂ ਨੂੰ ਜ਼ਰੂਰ ਪੜ੍ਹਿਆ ਕਰੀਏ ਤੇ ਉਹਦੇ ਵਿੱਚ ਉਸ ਖੰਡ ਤੇ ਉਸ ਬ੍ਰਹਿਮੰਡ ਦਾ ਆਨੰਦ ਮਾਣਿਆ ਕਰੇ। ਤੇ ਬੀਬੀ ਜੀ ਨੇ
ਜਿਹੜੀਆਂ ਕਿਤਾਬਾਂ ਲਿਖੀਆਂ ਨੇ, ਵਿਸ਼ਵ ਦੀਆਂ ਮਹਾਨ ਔਰਤਾਂ ਦੇ ਬਾਰੇ ਇਹਨਾਂ ਨੇ ਕਿਤਾਬ ਲਿਖੀ ਹੈ, ਉਹਨਾਂ ਨੂੰ ਸਨਮਾਨ ਦਿੱਤਾ ਹੈ, ਜਿਹਦੇ 'ਚ ਮਦਰ ਟਰੇਜ਼ਾ ਆ ਜਾਂਦੀ ਹੈ, ਜਿਹਦੇ ਵਿੱਚ ਦਿਆਨਾ ਆ ਜਾਂਦੀ ਹੈ, ਜਿਸ ਦੇ ਵਿੱਚ ਮਾਤਾ ਗੁਜਰੀ ਕੌਰ ਜੀ, ਧੰਨ ਧੰਨ ਮਾਤਾ ਗੁਜਰ ਕੌਰ ਜੀ ਆ ਜਾਂਦੇ, ਤੇ ਹੋਰ ਵਿਸ਼ਵ ਦੀਆਂ ਮਹਾਨ ਹਸਤੀਆਂ ਜੋ ਕਿ ਕਿਤਾਬ ਦੇ ਵਿੱਚ ਇਹਨਾਂ ਨੇ ਉਹਨਾਂ ਦੇ ਬਾਰੇ ਵਰਣਨ ਕੀਤਾ ਹੈ। ਫਿਰ ਭਾਰਤ ਦੀਆਂ ਜਿਹੜੀਆਂ ਮਹਾਨ ਔਰਤਾਂ ਨੇ ਉਹਨਾਂ ਦੇ ਬਾਰੇ ਇਹਨਾਂ ਨੇ ਕਿਤਾਬ ਲਿਖੀ ਹੈ, ਕਿਉਂਕਿ ਜਦੋਂ ਔਰਤ ਆਪ ਆਪਣੇ ਆਪ ਨੂੰ ਮਹਾਨ ਸਮਝਦੀ ਤਾਂ ਫਿਰ ਉੱਠ ਕੇ ਕਲਮ ਉਠਾ ਕੇ ਉਹਨਾਂ ਹੋਰ ਬਾਕੀ ਜਿਹੜੀਆਂ ਔਰਤਾਂ ਸਾਹਮਣੇ ਵਾਲੀਆਂ ਹੁੰਦੀਆਂ ਨੇ ਉਹਨਾਂ ਨੂੰ ਵੀ ਇੱਜ਼ਤ ਤੇ ਮਾਣ ਦਿੰਦੇ। ਮੈਂ ਬੀਬੀ ਜੀ ਨੂੰ ਪੁੱਛਾਂਗੀ, ਭੈਣ ਜੀ ਨੂੰ, ਕਿ ਤੁਸੀਂ ਆਪਣੀ ਜਦੋਂ ਪਹਿਲੀ ਕਿਤਾਬ ਲਿਖੀ ਸੀ ਵਿਸ਼ਵ ਦੀਆਂ ਮਹਾਨ ਔਰਤਾਂ, ਉਸ ਸਮੇਂ ਆਪ ਜੀ ਕੀ ਮਹਿਸੂਸ ਕਰ ਰਹੇ ਸੋ? ਹਾਂਜੀ ਭੈਣ ਜੀ, ਜਦੋਂ ਮੈਂ ਇਹ ਲਿਖਿਆ ਵਿਸ਼ਵ ਦੀਆਂ ਮਹਾਨ ਔਰਤਾਂ ਬਾਰੇ ਜਾਂ ਭਾਰਤ ਦੀਆਂ ਮਹਾਨ ਔਰਤਾਂ ਬਾਰੇ, ਇਹ ਜਿਹੜੀਆਂ ਸ਼ਖਸੀਅਤਾਂ ਨੇ ਇਹਨਾਂ ਨੇ ਆਪਣੇ ਜੀਵਨ ਦੇ ਵਿੱਚ ਸੰਘਰਸ਼ ਕੀਤਾ ਤੇ ਇੰਨੀਆਂ ਪ੍ਰਾਪਤੀਆਂ ਕੀਤੀਆਂ ਜਿਨ੍ਹਾਂ ਦਾ ਆਨੰਦ ਅੱਜ ਲੋਕ ਲੈ ਰਹੇ ਨੇ। ਵਿਸ਼ਵ ਦੀਆਂ ਮਹਾਨ ਔਰਤਾਂ ਵਿੱਚ ਜਿਵੇਂ ਆਪਣਾ ਮਾਤਾ ਗੁਜਰੀ ਜੀ ਵੀ ਵਿਸ਼ਵ ਦੀਆਂ ਮਹਾਨ ਔਰਤਾਂ ਦੇ ਵਿੱਚ ਉਹ ਸ਼ਖਸੀਅਤ ਨੇ ਜਿਨ੍ਹਾਂ ਨੇ ਕੌਮ ਦੇ ਲਈ ਕੁਰਬਾਨੀ ਦਿੱਤੀ, ਧਰਮ ਨਹੀਂ ਹਾਰਿਆ ਤੇ ਬੱਚਿਆਂ ਦੇ ਅੰਦਰ ਜੋਸ਼ ਭਰਿਆ। ਜੀ ਇਹ ਤੋਂ ਵੱਡੀ ਮਹਾਨਤਾ ਦੀ ਉਦਾਹਰਨ ਹੋਰ ਕੋਈ ਨਹੀਂ ਹੋ ਸਕਦੀ। ਜੀ ਮਦਰ ਟੈਰੇਸਾ ਸਮਾਜ ਸੇਵੀ ਸੇਵਕਾ ਸੀ ਜਿਨ੍ਹਾਂ ਨੇ ਆਪਣੇ ਜੀਵਨ ਨੂੰ ਮਨੁੱਖਤਾ ਦੀ ਸੇਵਾ ਲਈ ਲਾਇਆ। ਜੌਨ ਆਫ ਆਰਕ ਜਿਹਨੇ 14 ਸਾਲ ਦੀ ਉਮਰ ਦੇ ਵਿੱਚ ਹੀ ਇੱਕ ਮਹਾਨ ਸੰਤਨੀ ਦੀ ਉਪਾਧੀ ਪ੍ਰਾਪਤ ਕੀਤੀ। ਇਸ ਤਰ੍ਹਾਂ ਸਾਡੇ ਹੋਰ ਵੀ ਬਹੁਤ ਮਹਾਨ ਸ਼ਖਸੀਅਤਾਂ ਨੇ ਜਿਨ੍ਹਾਂ ਦਾ ਸਾਨੂੰ ਆਦਰ ਕਰਨਾ ਬਣਦਾ ਹੈ, ਉਹਨਾਂ ਬਾਰੇ ਲਿਖਣਾ ਵੀ ਸਾਡਾ ਫਰਜ਼ ਸੀ। ਜੀ, ਤੇ ਜਿਹੜੀਆਂ ਭਾਰਤ ਦੀਆਂ ਮਹਾਨ ਔਰਤਾਂ, ਆਪਨੇ ਇੱਕ ਤਾਂ ਪੂਰੀ ਦੁਨੀਆ ਤੋਂ ਔਰਤਾਂ ਦਾ ਇੱਕ ਸੰਗਠਨ ਇਕੱਠਾ ਕੀਤਾ, ਫਿਰ ਉਸ ਤੋਂ ਬਾਅਦ ਭਾਰਤ ਦੀਆਂ ਔਰਤਾਂ ਦੇ ਬਾਰੇ ਲਿਖਿਆ। ਸੋ ਮੈਨੂੰ ਇੰਝ ਲੱਗਦਾ ਕਿ ਜਿਵੇਂ ਇਹ ਔਰਤਾਂ ਤੁਹਾਡੇ ਜੀਵਨ ਵਿੱਚ ਕੁਛ ਖਾਸ ਮਹੱਤਵ ਰੋਲ ਅਦਾ ਕਰਦੀਆਂ ਨੇ। ਬਿਲਕੁਲ ਜੀ। ਤੁਹਾਡੀ ਸਾਰੀਆਂ ਔਰਤਾਂ ਤੁਹਾਡੇ ਲਈ ਰੋਲ ਮਾਡਲ ਨੇ, ਜਾਂ ਕੋਈ ਇੱਕ ਇੱਕ ਜਿਨ੍ਹਾਂ ਨੂੰ ਤੁਸੀਂ ਪੜ੍ਹ ਕੇ ਤੁਹਾਡੇ ਜੀਵਨ ਵਿੱਚ ਇੰਨੀ ਵਧੀਆ ਸੋਚ ਆਈ ਤੇ ਤੁਸੀਂ ਇਸ ਮਾਰਗ ਵੱਲ ਚਲੇ ਹੋ? ਦੇਖੋ, ਹਰ ਬੰਦੇ ਦੀ ਆਪਣੀ ਆਪਣੀ ਸ਼ਖਸੀਅਤ ਹੁੰਦੀ ਹੈ, ਹਰ ਦੇ ਵਿੱਚ ਅਲੱਗ ਤੋਂ ਗੁਣ ਹੁੰਦੇ ਨੇ। ਮਾਤਾ ਗੁਜਰੀ ਜੀ ਨੇ ਧਰਮ ਵਾਸਤੇ ਮਤਲਬ ਬੱਚਿਆਂ ਨੂੰ ਤਿਆਰ ਕੀਤਾ, ਕੌਮ ਲਈ ਕੁਰਬਾਨੀ ਦਿੱਤੀ, ਪਤੀ ਦੀ ਕੁਰਬਾਨੀ ਦਿੱਤੀ ਤੇ ਬੱਚੇ ਸਾਹਿਬਜ਼ਾਦੇ ਸ਼ਹੀਦ ਹੋਏ। ਬਾਕੀ ਸਾਰਾ ਗੁਰੂ ਘਰ ਤੋਂ ਸ਼ੁਰੂ ਤੋਂ ਹੀ ਚੱਲਦਾ ਆ ਰਿਹਾ ਹੈ। ਦੂਜੇ ਪਾਸੇ ਦੇਖਿਆ ਜਾਵੇ, ਉਹ ਵੀ ਔਰਤਾਂ ਨੇ ਜਿਨ੍ਹਾਂ ਨੇ ਮਨੁੱਖਤਾ ਦੇ ਭਲੇ ਵਾਸਤੇ ਖੋਜਾਂ ਕੀਤੀਆਂ। ਮੈਰੀ ਕਿਊਰੀ ਨੇ ਰੇਡੀਅਮ ਦੀ ਖੋਜ ਕੀਤੀ ਤੇ ਜੀ ਹੋਰ ਵੀ ਕਾਫੀ ਚੀਜ਼ਾਂ ਕੀਤੀਆਂ। ਇਹੋ ਜਿਹੇ ਬੰਦੇ ਸਾਡੇ ਵਾਸਤੇ ਇੱਕ ਰਾਹਨੁਮਾ ਨੇ, ਸਾਨੂੰ ਬਿਲਕੁਲ ਰਸਤਾ। ਬਿਲਕੁਲ ਜੀ, ਇਹੋ ਜਿਹੇ ਜਿਹੜੇ ਲੋਕ ਨੇ ਜਿਹੜੇ ਸੰਘਰਸ਼ ਕਰਦੇ ਨੇ ਤੇ ਸੰਘਰਸ਼ ਕਰਕੇ ਕੁਝ ਪ੍ਰਾਪਤੀਆਂ ਉਪਲਬਧੀਆਂ ਪ੍ਰਾਪਤ ਕਰਦੇ ਨੇ, ਇਹ ਹਰ ਇੱਕ ਔਰਤ ਵਾਸਤੇ ਇੱਕ ਪ੍ਰੇਰਨਾ ਹੈ, ਇੱਕ ਇੰਸਪਾਇਰਮੈਂਟ ਹੈਗੇ ਨੇ, ਜਿੱਥੋਂ ਅਸੀਂ ਇੰਸਪਾਇਰ ਹੋ ਕੇ ਅਸੀਂ ਇਹਨਾਂ ਔਰਤਾਂ ਨੂੰ ਦੇਖ ਕੇ ਸਾਨੂੰ ਸਾਡੀ ਮੰਜ਼ਿਲ ਦੀ ਤਲਾਸ਼ ਜਿਹੜੀ ਅਸੀਂ ਜਿਹੜੀ ਮੰਜ਼ਿਲ ਲੱਭ ਰਹੇ ਹੁੰਦੇ ਆ, ਭਟਕਦੇ ਹੁੰਦੇ ਆ, ਉੱਥੋਂ ਸਾਨੂੰ ਰਾਹ ਮਿਲ ਜਾਂਦੀ ਤੇ ਸਾਨੂੰ ਮੰਜ਼ਿਲ ਮਿਲਣੇ ਦਾ ਇਹਨਾਂ ਔਰਤਾਂ ਦੇ ਜੀਵਨ ਨੂੰ ਪੜ੍ਹ ਕੇ, ਇਹਨਾਂ ਔਰਤਾਂ ਨੂੰ ਜਾਣ ਕੇ ਉਥੋਂ ਸਾਡੇ ਅੰਦਰ ਇੱਕ ਦੀਵੇ ਦੀ ਲਾਟ ਜਗ ਪੈਂਦੀ ਹੈ। ਜਿਵੇਂ ਭੈਣ ਜੀ ਜੋਗਿੰਦਰ ਕੌਰ ਜੀ ਨੇ ਆਪਣੇ ਅੰਦਰ ਇਹ ਲਾਟ ਜਗਾਈ, ਤਾਂ ਇਹ ਉਹਨਾਂ ਤੋਂ ਪ੍ਰੇਰਿਤ ਹੋ ਕੇ ਅੱਜ ਇਹਨਾਂ ਨੇ ਆਪਣੀ ਪੰਜਾਬੀ ਸੱਭਿਆਚਾਰ, ਪੰਜਾਬੀ ਕੌਮ ਦੀ ਝੋਲੀ ਦੇ ਵਿੱਚ 35 ਕਿਤਾਬਾਂ ਪਾਈਆਂ ਨੇ, ਤੇ 35 ਕਿਤਾਬਾਂ ਬਿਲਕੁਲ ਵੱਖਰੇ ਵੱਖਰੇ ਮੁੱਦਿਆਂ ਤੇ ਨੇ। ਮੈਂ ਪੁੱਛਾਂਗੀ ਕਿ ਤੁਸੀਂ ਹੋਰ ਇਸ ਤੋਂ ਇਲਾਵਾ ਕਿਹੜੀਆਂ ਕਿਤਾਬਾਂ ਲਿਖੀਆਂ ਨੇ? ਹੋਰ ਇਸ ਤੋਂ ਕਿਤਾਬਾਂ, ਇਸ ਤੋਂ ਬਗੈਰ ਬੱਚਿਆਂ ਲਈ ਕਿਤਾਬਾਂ ਲਿਖੀਆਂ ਨੇ ਜੀ। ਮਿਹਨਤ ਦਾ ਫਲ ਕਹਾਣੀਆਂ ਲਿਖੀਆਂ ਨੇ ਜੀ ਤੇ 2 ਨਾਵਲ ਲਿਖੇ ਨੇ ਬੱਚਿਆਂ ਵਾਸਤੇ, ਇੱਕ ਚੰਦਨ ਤੇ ਇੱਕ ਬਹਾਦਰ। ਜੀ ਬਾਕੀ ਕਿਤਾਬਾਂ ਜਿਹੜੀਆਂ ਨੇ ਸਮਾਜਿਕ ਨੇ, ਅੰਨਾ ਰਾਜ ਭ੍ਰਿਸ਼ਟਾਚਾਰ ਤੇ ਹੈ, ਜੀ ਗੂੰਗੇ ਊਠ ਸਾਡੀ ਕਿਰਸਾਨੀ ਤੇ ਹੈ, ਜਿੱਥੇ ਸਰਮਾਏਦਾਰ ਛੋਟੇ ਕਿਸਾਨਾਂ ਨੂੰ ਖਾ ਰਹੇ ਨੇ, ਜੀ ਉਹਨਾਂ ਤੇ ਲਿਖੀ। ਫਿਰ ਜਦੋਂ ਕੋਈ ਇਸ ਤਰ੍ਹਾਂ ਦੀ ਘਟਨਾ ਹੋ ਜਾਂਦੀ ਹੈ, ਫਿਰ ਬਗਾਵਤ ਸਮਾਜ ਦੇ ਵਿੱਚ ਹੁੰਦੀ ਹੈ, ਤਾਂ ਫਿਰ ਚੁੱਪ ਚਪੀਤੇ ਕਈ ਵਾਰ ਉਸਦੇ ਜਿਹੜੇ ਨਤੀਜੇ ਨੇ ਭਿਆਨਕ ਵੀ ਨਿਕਲ ਜਾਂਦੇ ਨੇ।
ਤੁਹਾਡਾ ਕੀ ਖਿਆਲ ਹੈ ਕਿਸਾਨੀ ਜਿਹੜਾ ਸੰਘਰਸ਼ ਲੱਗਾ ਹੋਇਆ, ਤੁਸੀਂ ਕਹਿੰਦੇ ਹੋ ਤੁਸੀਂ ਕਿਤਾਬ ਲਿਖੀ ਹੈ, ਤੁਹਾਡੇ ਖਿਆਲ ਮੁਤਾਬਕ ਕੀ ਜਿਹੜਾ ਸੰਘਰਸ਼ ਇੱਥੇ ਲੱਗਾ ਹੋਇਆ ਹੈ ਇਹ ਜਾਇਜ਼ ਹੈ, ਇਹਨਾਂ ਨੂੰ ਲਗਾਉਣਾ ਚਾਹੀਦਾ ਹੈਗਾ? ਜਿਵੇਂ ਕਿਤਾਬ ਵੀ ਤੁਸੀਂ ਲਿਖੀ ਹੈ ਇਸ ਦੇ ਬਾਰੇ ਕਿ ਵੱਡੇ ਸਰਮਾਇਆਦਾਰ ਛੋਟੇ ਕਿਸਾਨਾਂ ਨੂੰ, ਛੋਟੇ ਸਰਮਾਇਆਦਾਰਾਂ ਨੂੰ ਖਾ ਰਹੇ ਨੇ, ਇਸ ਦੇ ਬਾਰੇ ਥੋੜਾ ਜਿਹਾ ਚਾਨਣਾ ਪਾਓ ਕਿ ਕਿਤਾਬ ਦੇ ਵਿੱਚ ਹੋਰ ਕਿਹੋ ਜਿਹੇ ਬੋਲ ਨੇ। ਜੋ ਮੈਂ ਕਿਤਾਬ ਲਿਖੀ ਹੈ ਜੀ, ਇਸ ਦੇ ਵਿੱਚ ਲਿਖਿਆ ਹੈ ਵੀ ਜਿਹੜੇ ਛੋਟੇ ਸਰਮਾਏਦਾਰ, ਛੋਟੇ ਕਿਸਾਨ ਨੇ, ਉਹਨਾਂ ਨੂੰ ਵੱਡੇ ਸਰਮਾਏਦਾਰ ਇਸ ਕਰਕੇ ਖਾਣਾ ਚਾਹੁੰਦੇ ਨੇ, ਉਹਨਾਂ ਦੇ ਅੰਦਰ ਲਾਲਚ ਹੈ, ਉਹ ਗਰੀਬ ਦੀ ਜ਼ਮੀਨ ਹੜੱਪਣਾ ਚਾਹੁੰਦੇ ਨੇ, ਕਿਉਂਕਿ ਕਿਸੇ ਨਾ ਕਿਸੇ ਤਰੀਕੇ ਨਾਲ ਉਹ ਵੱਧ ਤੋਂ ਵੱਧ ਅਮੀਰ ਬਣਨਾ ਚਾਹੁੰਦੇ ਨੇ। ਉਹਨਾਂ ਨੂੰ ਕਿਸੇ ਮਜਬੂਰੀ ਬਸ ਜਦੋਂ ਵਿਆਜ ਤੇ ਪੈਸੇ ਦਿੰਦੇ ਨੇ ਤੇ ਉਸ ਦਾ ਵਿਆਜ ਜ਼ਿਆਦਾ ਲਾ ਕੇ ਉਸ ਨੂੰ ਕਮਜ਼ੋਰ ਕਰਨਾ ਚਾਹੁੰਦੇ ਨੇ ਤੇ ਆਪਣੇ ਮੰਤਵ ਦੀ ਪ੍ਰਾਪਤੀ ਦੇ ਲਈ ਉਸ ਨੂੰ ਰਕਮ ਨਾ ਮੋੜਨ ਤੇ ਨਪੀੜਦੇ ਨੇ ਜਾਂ ਕਿਸੇ ਤਰ੍ਹਾਂ ਹੋਰ ਤੰਗ ਕਰਦੇ ਨੇ, ਜਿਸ ਕਰਕੇ ਆਦਮੀ ਖੁਦਕੁਸ਼ੀ ਕਰਦਾ ਹੈ। ਖੁਦਕੁਸ਼ੀ ਕਰਨ ਤੋਂ ਉਸਦੇ ਬੱਚੇ ਨੇ, ਜਿਹੜੇ ਬੱਚੇ ਇਸ ਚੀਜ਼ ਨੂੰ ਨਹੀਂ ਭੁੱਲਦੇ ਤੇ ਉਹ ਬੱਚੇ ਇਸ ਚੀਜ਼ ਨੂੰ ਯਾਦ ਰੱਖ ਕੇ ਉਸ ਦਾ ਉਹਨਾਂ ਦੇ ਅੰਦਰ ਬਦਲਾ ਲੈਣ ਭਾਵਨਾ ਆ ਜਾਂਦੀ ਹੈ। ਜੋ ਕਿ ਇੱਕ ਚੰਗੇ ਸਮਾਜ ਦੇ ਵਾਸਤੇ ਖੌਫਨਾਕ ਤੇ ਖਤਰਾ ਬਣ ਸਕਦੀ ਹੈ। ਹਾਂਜੀ। ਸੋ ਆਪ ਜੀ ਨੇ ਬੱਚਿਆਂ ਦੀਆਂ ਬਾਲ ਕਹਾਣੀਆਂ ਵੀ ਲਿਖੀਆਂ ਨੇ, ਕੀ ਕਿਸੇ ਆਪ ਜੀ ਨੇ ਬਾਲ ਕਹਾਣੀਆਂ ਕਿਸੇ ਹੋਰ ਰੇਡੀਓ ਸਟੇਸ਼ਨ ਤੇ ਜਾਂ ਆਪ ਆਪਣੀ ਜ਼ੁਬਾਨੀ ਇਹਨਾਂ ਨੂੰ ਐਜ਼ ਏ ਵੀਡੀਓ ਜਾਂ ਆਡੀਓ ਦਾ ਰੂਪ ਦਿੱਤਾ? ਵੀਡੀਓ ਜਾਂ ਆਡੀਓ ਦਾ ਰੂਪ ਤਾਂ ਨਹੀਂ ਦਿੱਤਾ ਜੀ, ਲੇਕਿਨ ਤੀਸਰੀ ਕਲਾਸ ਦੇ ਵਿੱਚ 2 ਕਹਾਣੀਆਂ ਲੱਗੀਆਂ ਹੋਈਆਂ ਨੇ ਮੇਰੀਆਂ, ਸੁੰਦਰ ਤੇ ਪਰੀ ਤੇ ਵੱਡਿਆਂ ਦੀ ਗੱਲ। ਵੱਡਿਆਂ ਦੀ ਗੱਲ। ਹਾਂਜੀ। ਬੇਸ਼ੱਕ ਇਹ ਕਹਾਣੀਆਂ ਜਿਹੜੇ ਜੀਵ ਜੰਤੂਆਂ, ਪਸ਼ੂ ਪੰਛੀਆਂ ਨੂੰ ਮੁੱਖ ਰੱਖ ਕੇ ਇੱਕ ਸਿੱਖਿਆ ਦਾ ਸਾਧਨ ਬਣੀਆਂ ਨੇ, ਪਰ ਫਿਰ ਵੀ ਵੱਡਿਆਂ ਦੀ ਗੱਲ ਦੇ ਵਿੱਚ ਵੀ ਸਾਨੂੰ ਵੱਡਿਆਂ ਦੀ ਗੱਲ ਮੰਨਣੀ ਚਾਹੀਦੀ ਹੈ। ਇਸ ਕਰਕੇ ਇਹ ਕਹਾਣੀ ਹੈ ਜਿਹੜੀ ਹੋਂਦ ਵਿੱਚ ਆਈ ਜੀ। ਤੇ ਇੱਕ ਕਿਤਾਬ ਜਿਹੜੇ 2 ਕਹਾਣੀਆਂ ਨੇ ਤੁਹਾਡੀਆਂ, ਮਤਲਬ ਐਜ਼ ਏ ਸਬਜੈਕਟ 5ਵੀਂ ਮਤਲਬ ਕਲਾਸ ਦੇ ਵਿੱਚ ਜਿਹੜੇ ਸਕੂਲ ਦੇ ਸਿਲੇਬਸ ਨੇ ਉਹਦੇ ਵਿੱਚ ਛਪੀਆਂ ਹੋਈਆਂ ਨੇ? ਤੀਸਰੀ ਕਲਾਸ ਨੂੰ ਲੱਗੀਆਂ ਹੋਈਆਂ ਨੇ ਜੀ, ਮਤਲਬ ਜਿਹੜੇ ਪ੍ਰਾਈਵੇਟ ਸਕੂਲ ਨੇ ਇਹਨਾਂ ਨੇ ਲਈਆਂ ਨੇ। ਠੀਕ ਹੈ ਜੀ। ਸੋ ਬਹੁਤ ਵਧਾਈ ਦੇ ਪਾਤਰ ਹੋ ਕੇ, ਕਿਉਂਕਿ ਜੇ ਇੱਕ ਚੰਗੀ ਚੀਜ਼ ਬੱਚਿਆਂ ਤੱਕ ਪਹੁੰਚੇ, ਇੱਕ ਚੰਗੇ ਲੇਖਕ ਵੱਲੋਂ, ਸਾਹਿਤਕਾਰ ਵੱਲੋਂ, ਤਾਂ ਬੱਚੇ ਉਸ ਚੀਜ਼ ਨੂੰ ਪੜ੍ਹ ਕੇ ਇੱਕ ਚੰਗਾ ਮਾਰਗ ਦ੍ਰਿਸ਼ ਲੱਭ ਸਕਦੇ ਨੇ ਆਪਣੇ ਜੀਵਨ ਦੇ ਵਾਸਤੇ। ਸੋ ਆਪ ਬਹੁਤ ਵੱਡਾ ਕਾਰਜ ਕਰ ਰਹੇ ਹੋ, ਕਿਤਾਬਾਂ ਲਿਖ ਕੇ ਬੱਚਿਆਂ ਨੂੰ ਚੰਗੀ ਸੋਚ ਦੇ ਰਹੇ ਹੋ। ਕਹਿੰਦੇ ਨੇ ਕਿ ਇੱਕ ਜੋਹਰੀ ਹੀ ਜਾਣ ਸਕਦਾ ਹੈ ਹੀਰੇ ਦੀ ਕੀਮਤ। ਤੁਸੀਂ ਜਿਵੇਂ ਬੱਚਿਆਂ ਦੇ ਵਾਸਤੇ ਇੱਕ ਵਧੀਆ ਚੀਜ਼ ਸੋਚ ਲਿਖਦੇ ਹੋ, ਗੱਲ ਉਹੀ ਆ ਗਈ ਕਿ ਇੱਕ ਬ੍ਰਹਿਮੰਡ ਇਹ ਸਾਜਿਆ ਹੋਇਆ ਜੋ ਪਰਮਾਤਮਾ ਨੇ, ਤੇ ਇੱਕ ਬ੍ਰਹਿਮੰਡ ਸਾਡੇ ਅੰਦਰ ਹੈ, ਤੇ ਜਿਸ ਨੂੰ ਮੌਕਾ ਮਿਲਦਾ ਜਿਵੇਂ ਆਪ ਜੀ ਉਸ ਬ੍ਰਹਿਮੰਡ ਦੇ ਅੰਦਰ ਝਾਕ ਕੇ, ਜਿਵੇਂ ਮੈਂ ਆਪ ਜੀ ਨੂੰ ਦੇਖ ਰਹੀ ਹਾਂ, ਆਪ ਜੀ ਦੀ ਕਿਤਾਬਾਂ ਬਾਰੇ ਮੈਂ ਪੜ੍ਹਦੀ ਪਈ ਸੀਗੀ, ਦੇਖ ਰਹੀ ਸੀਗੀ, ਤਾਂ ਮੈਨੂੰ ਆਪ ਨੂੰ ਇਸ ਤਰ੍ਹਾਂ ਅਨੁਭਵ ਹੋਇਆ, ਮਹਿਸੂਸ ਕੀਤਾ ਕਿ ਆਪ ਜੀ ਬਾਹਰ ਦੀ ਦੁਨੀਆ ਦੇ ਵਿੱਚ ਘੱਟ ਵੜੇ ਹੋ, ਆਪਣੀ ਅੰਦਰ ਦੀ ਦੁਨੀਆ ਦੇ ਵਿੱਚ ਜ਼ਿਆਦਾ ਪੜਚੋਲ ਕੀਤੀ ਹੈ। ਸੋ ਮੈਂ ਆਪ ਜੀ ਦੇ ਵਿਵਾਹਵਤ ਜੀਵਨ ਦੇ ਬਾਰੇ ਪੁੱਛਣਾ ਚਾਹਾਂਗੀ ਕਿ ਆਪ ਜੀ ਦਾ ਸਹੁਰਾ ਪਿੰਡ, ਜਾਂ ਜੇ ਆਪ ਜੀ ਚਾਹੋ ਤਾਂ। ਮੇਰੇ ਮੈਰਿਜ ਨੂੰ ਜੀ 2 ਸਾਲ ਹੋਏ ਸੀ। 2 ਸਾਲਾਂ ਤੋਂ ਬਾਅਦ ਉਹਨਾਂ ਦੀ ਡੈਥ ਹੋ ਗਈ। ਜੀ। ਡੈਥ ਹੋਣ ਤੋਂ ਮੈਂ ਆਪਣੇ ਛੋਟੇ ਭਰਾ ਕੋਲ ਦੁਬਾਰਾ ਰਹਿਣ ਲੱਗ ਦੁਬਾਰਾ ਫਿਰ ਜੀਵਨ ਬਸਰ ਕਰਨ ਦਾ ਬਾਅਦ ਦੁਬਾਰਾ ਜੀਵਨ ਦੇ ਬਾਰੇ ਸੋਚਿਆ? ਸ਼ੁਰੂ ਕਰਨਾ ਜੀਵਨ ਨੂੰ ਮੈਂ ਇਹੀ ਰੂਪ ਦੇ ਲਿਆ ਕਿ ਮੈਂ ਆਪਣੇ ਮਤਲਬ ਇਸੇ ਰਸਤੇ ਤੇ ਹੀ ਚੱਲਣਾ ਹੈ। ਮੇਰੇ ਕੋਲੇ ਬਹੁਤ ਕਾਰਜ ਹੈ, ਲਿਖਣ ਦਾ, ਪੜ੍ਹਨ ਦਾ ਤੇ ਹੋਰ ਬਾਕੀ ਬਹੁਤ ਸਾਰੇ ਕੰਮ ਨੇ ਆਪਣੇ ਕੋਲ। ਜੀ। ਸੋ ਜਿੱਥੇ ਮੈਂ ਦਰਸ਼ਕਾਂ ਨਾਲ ਗੱਲ ਕਰਾਂ, ਦੇਖੋ ਅਸੀਂ ਕਈ ਵਾਰੀ ਸੋਚਦੇ ਹਾਂ ਕਿ ਜਦੋਂ ਇਹੋ ਜਿਹਾ ਕੁਛ ਹੈਪਨ ਹੋ ਜਾਂਦਾ ਹੈ ਸੰਸਾਰ ਦੇ ਵਿੱਚ, ਉਹ ਹੁਕਮ ਦੇ ਅੰਦਰ ਹੀ ਸਾਰਾ ਕੁਝ ਹੁੰਦਾ ਹੈ, ਪਰ ਇਹੋ ਜਿਹੀ ਔਰਤਾਂ ਵੀ ਬਹੁਤ ਘੱਟ ਹੁੰਦੀਆਂ ਨੇ ਕਿ ਜਿਹੜਾ ਆਪਣਾ ਪੂਰਾ ਜੀਵਨ ਆਪਣੇ ਸਮਾਜ ਨੂੰ, ਆਪਣੇ ਪੰਜਾਬੀਅਤ ਨੂੰ ਸਮਰਪਿਤ ਕਰ ਦਿੰਦੀਆਂ ਨੇ ਲਿਖਣ ਵਿੱਚ, ਇੱਕ ਚੰਗਾ ਸਮਾਜ ਬਣਾਉਣ, ਚੰਗੀ ਸੋਚ ਨੂੰ ਅੱਗੇ ਲੈ ਕੇ ਆਉਣ ਵਿੱਚ ਪੂਰਾ ਜੀਵਨ ਲਗਾ ਦਿੰਦੀਆਂ ਨੇ, ਤੇ ਉਹਦੇ ਵਿੱਚ ਇਹਨਾਂ ਨੂੰ ਇੰਨੀ ਸੰਤੁਸ਼ਟੀ ਮਿਲਦੀ ਹੈ ਕਿ ਜਿਵੇਂ ਇਹਨਾਂ ਨੇ ਕਹਿ ਰਹੇ ਨੇ ਇਹ ਵਿਸ਼ਵ ਦੀਆਂ ਮਹਾਨ ਔਰਤਾਂ ਦੇ ਬਾਰੇ ਇਹਨਾਂ ਨੇ ਲਿਖਿਆ ਹੈ, ਭਾਰਤ ਦੀਆਂ ਮਹਾਨ ਔਰਤਾਂ ਦੇ ਬਾਰੇ ਲਿਖਿਆ ਹੈ, ਪਰ ਇੱਥੇ ਇਹਨਾਂ ਦੇ ਬਾਰੇ ਵੀ ਕੋਈ ਆਣ ਕੇ ਲਿਖੇ
ਇਹੋ ਜਿਹੀਆਂ ਔਰਤਾਂ ਅੱਜ ਵੀ ਸੰਸਾਰ 'ਚ ਹਨ, ਜੋ ਆਪਣੇ ਪੰਜਾਬੀ ਵਿਰਸੇ ਨੂੰ, ਸਮਾਜ ਨੂੰ ਪੂਰੀ ਤਰ੍ਹਾਂ ਕਵਰ ਕਰਕੇ ਢਾਂਚੇ ਵਿੱਚ ਇੱਕ ਨਾਲ ਜਿਹੜੀ ਕਿ ਇੱਕ ਦੀ ਗੱਲ ਹਮੇਸ਼ਾ ਚੱਲਦੀ ਸੀਗੀ ਕਿ ਮੈਂ ਇੱਕ ਦੇ ਨਾਲ ਪੁਰਾਤਨ ਸਮੇਂ ਵਿੱਚ ਅਸੀਂ ਸੁਣਦੇ ਆਏ ਹਾਂ ਬਜ਼ੁਰਗਾਂ ਤੋਂ, ਵੱਡਿਆਂ ਤੋਂ ਕਿ ਮੈਂ ਇੱਕ ਦੀ ਹਾਂ ਤੇ ਇੱਕ ਦੇ ਲੜ ਲੱਗੀ ਹਾਂ ਤੇ ਇੱਕ ਤੋਂ ਬਾਅਦ ਮੈਂ ਕਿਸੇ ਹੋਰ ਵੱਲ ਉੱਚੀ ਅੱਖ ਕਰਕੇ ਤੱਕਣਾ ਵੀ ਨਹੀਂ ਹੈ। ਤੇ ਪਰ ਅੱਜ ਸਮਾਜ ਕੁਝ ਇਹੋ ਜਿਹੇ ਪਹਿਲੂਆਂ ਵੱਲ ਅੱਗੇ ਵਧ ਰਿਹਾ, ਮਾਡਰਨ ਵੈਸਟਰਨ ਨੂੰ ਦੇਖ ਕੇ ਜਾਂ ਹੋਰ ਕਲਚਰ ਨੂੰ ਅੱਗੇ ਲੈ ਕੇ ਤਲਾਕ ਵੀ ਹੋ ਰਹੇ ਨੇ, ਵਿਆਹ ਵੀ ਹੋ ਰਹੇ ਨੇ, ਇੱਕ ਵਿਆਹ ਆਪਣੀ ਮਨਪਸੰਦ ਦੇ ਵਿਆਹ ਕਰਦੇ ਨੇ, ਵਿਆਹਾਂ ਤੋਂ ਬਾਅਦ ਫਿਰ ਤਲਾਕ ਹੋ ਜਾਂਦੇ ਨੇ ਤੇ ਕੀ ਕੁਛ ਉਹ ਤੋਂ ਬਾਅਦ ਇਹਨਾਂ ਦੀ ਜ਼ਿੰਦਗੀ ਵਿੱਚ ਚੱਲਦਾ ਹੈ। ਸੋ ਇਹ ਸਾਡਾ ਸੱਭਿਆਚਾਰ ਨਹੀਂ ਹੈ, ਇਹ ਸਾਡਾ ਕਲਚਰ ਨਹੀਂ ਹੈਗਾ। ਸਾਡਾ ਕਲਚਰ ਇਹ ਹੈ ਜੋ ਅਸੀਂ ਆਪਣੇ ਆਪ ਨੂੰ ਸਮਰਪਿਤ ਹੋ ਕੇ ਆਪਣੇ ਕਾਰਜ ਕਰੀਏ। ਸੋ ਇਹ ਪੰਜਾਬੀ ਔਰਤ ਦਾ, ਪੰਜਾਬੀਅਤ, ਪੰਜਾਬੀ ਵਿਰਸੇ ਦਾ ਇਹ ਸਾਡਾ ਫਰਜ਼ ਨੇ। ਸੋ ਜਿੱਥੇ ਵੀ ਸਾਡੀ ਆਵਾਜ਼ ਜਾਂਦੀ ਹੈ ਪੰਜਾਬੀ ਵਿਰਾਸਤ, ਕਿਉਂਕਿ ਹਰ ਇੱਕ ਪ੍ਰੋਗਰਾਮ ਵਿੱਚੋਂ, ਹਰ ਇੱਕ ਹਸਤੀ ਪਾਸੋਂ ਸਾਨੂੰ ਕੋਈ ਨਾ ਕੋਈ ਜੀਵਨ ਸੇਧ ਮਿਲਦੀ ਹੈ। ਉਸ ਸੇਧ ਨੂੰ ਆਪਾਂ ਅਣਗਹਿਲਿਆ ਨਹੀਂ ਕਰਨਾ, ਅਣਦੇਖਾ ਨਹੀਂ ਕਰਨਾ। ਅਸੀਂ ਉਹਨਾਂ ਦੇ ਵਿਚਾਰਾਂ ਪਾਸੋਂ, ਉਹਨਾਂ ਦੀ ਗੱਲਾਂ ਤੋਂ ਸਾਨੂੰ ਅੱਜ ਵੀ ਸੇਧ ਮਿਲਦੀ ਕਿ ਅਸੀਂ ਆਪਣਾ ਜੀਵਨ ਕਿਵੇਂ ਬਸਰ ਕਰਨਾ। ਮੈਂ ਕਈ ਵਾਰੀ ਇੱਥੇ ਵਿਚਰਦੀ ਹਾਂ ਦੇਸਾਂ ਪ੍ਰਦੇਸਾਂ ਵਿੱਚ, ਕਈ ਇੱਥੇ ਲੋਕ ਹੈਗੇ ਨੇ ਜੋ ਉਹ ਵੀ ਇਤਿਹਾਸ ਲਿਖਦੇ ਜਾਂ ਕਿਤਾਬਾਂ ਲਿਖਦੇ ਨੇ, ਪਰ ਜਦੋਂ ਉਹਨਾਂ ਦੇ ਕੋਲ ਜਾ ਕੇ ਕਿਸੇ ਮੁੱਦੇ ਤੇ ਗੱਲ ਕਰਦੇ ਆ ਜਾਂ ਕਿਸੇ ਉਸ ਤੇ ਗੱਲ ਹੁੰਦੀ ਤਾਂ ਫਿਰ ਉਹ ਕਹਿੰਦੇ ਨੇ ਜੀ ਮੈਂ ਸਾਰੇ ਮੁੱਦਿਆਂ ਤੇ ਤਾਂ ਗੱਲ ਕਰਾਂਗਾ, ਪਰ ਜਦੋਂ ਬੱਚਿਆਂ ਦੇ ਡਿਵੋਰਸ ਦੀ ਗੱਲ ਆਉਂਦੀ ਹੈ ਮੈਂ ਇੱਥੇ ਕੋਈ ਗੱਲ ਨਹੀਂ ਕਰਨੀ। ਮੈਂ ਆਈ ਡੋਂਟ ਵਾਂਟ ਟੂ ਬੀ ਇਹਦੇ ਵਿੱਚ ਮੈਂ ਗੱਲ ਹੀ ਨਹੀਂ ਕਰਨੀ, ਇੰਟਰਫੇਅਰਿੰਗ ਨਹੀਂ ਕਰਨਾ ਇਹਦੇ ਵਿੱਚ, ਇਹ ਮੇਰਾ ਮਸਲਾ ਨਹੀਂ ਹੈਗਾ। ਸੋ ਇਹ ਬਹੁਤ ਵੱਡਾ ਦੁਖਾਂਤ ਹੁੰਦਾ ਹੈ। ਸੋ ਸਾਨੂੰ ਪ੍ਰੇਰਨਾ ਲੈਣੀ ਚਾਹੀਦੀ ਹੈ ਇਹੋ ਜਿਹੇ ਮਹਾਨ ਹਸਤੀਆਂ ਤੋਂ ਵੀ। ਵਾਕਈ ਕਿ ਬੀਬੀ ਜੋਗਿੰਦਰ ਕੌਰ ਜੀ ਨੇ ਆਪਣਾ ਸਾਰਾ ਜੀਵਨ ਪੰਜਾਬੀ ਮਾਂ ਬੋਲੀ ਨੂੰ, ਪੰਜਾਬੀ ਵਿਰਸੇ ਨੂੰ, ਪੰਜਾਬ ਤੇ ਪੰਜਾਬੀਅਤ ਨੂੰ ਹੀ ਸਮਰਪਿਤ ਕਰ ਦਿੱਤਾ। ਸੋ ਭੈਣ ਜੀ ਤੁਸੀਂ ਇੱਕ ਹੋਰ ਕਵਿਤਾ ਦੇ ਬਾਰੇ ਦੱਸ ਰਹੇ ਸੀ ਕਿ ਤੁਸੀਂ ਇਹ ਲਿਖੀ ਹੈਗੀ ਹੈ, ਪਦਾਰਥਵਾਦੀ ਯੁੱਗ ਦੇ ਵਿੱਚ ਤੁਸੀਂ ਲਿਖੀ ਹੈ ਤੇ ਇੱਕ ਤੁਸੀਂ ਇਹਦੇ ਬਾਰੇ ਵੀ ਕੁਝ ਦੱਸਿਆ ਸੀ ਤੇ ਇੱਕ ਤੁਸੀਂ ਹੋਰ ਕਹਿ ਰਹੇ ਸੀ ਕਿ ਹਰ ਬੰਦੇ ਦਾ ਜੀਵਨ ਸੰਘਰਸ਼ ਹੈ, ਜੋ ਸੰਘਰਸ਼ ਜੀਵਨ 'ਚ ਨਹੀਂ ਉਹ ਜੀਵਨ ਵਿਅਰਥ ਹੈ। ਇਹਦੇ ਬਾਰੇ ਵੀ ਤੁਸੀਂ ਦੱਸਿਆ ਸੀਗਾ ਤੇ ਇਹਦੇ ਉੱਪਰ ਥੋੜਾ ਜਿਹਾ ਹੋਰ ਚਾਨਣਾ ਪਾਓ, ਦੱਸੋ, ਸਾਡੇ ਦਰਸ਼ਕਾਂ ਦੇ ਨਾਲ ਸਾਂਝੀ ਕਰੋ ਤੇ ਜਿਹੜੀਆਂ ਕਵਿਤਾਵਾਂ ਸਨ ਉਹਦੇ ਬਾਰੇ ਵੀ ਤੁਸੀਂ ਸਾਡੇ ਦਰਸ਼ਕਾਂ ਨਾਲ ਸਾਂਝ ਪਾਓ। ਮੈਂ ਤੁਹਾਨੂੰ ਕਵਿਤਾ ਸੁਣਾ ਰਹੀ ਹਾਂ, ਕੀ ਕਰਦਾ ਹੈ ਆਦਮੀ। ਜੀ। ਆਦਮੀ ਦੀ ਦਸ਼ਾ ਜਿਹੜੀ ਕਰਦਾ ਵੀ ਹੈ ਤੇ ਡਰਦਾ ਵੀ ਹੈ। ਜੀ। ਧਰਮ ਤੋਂ ਪਹਿਲਾਂ ਡਰਦਾ ਹੈ ਆਦਮੀ, ਫਿਰ ਵੀ ਆਪਣੀ ਮਨਮਰਜ਼ੀ ਕਰਦਾ ਹੈ। ਵਾਹ। ਧਰਮ ਤੋਂ ਪਹਿਲਾਂ ਡਰਦਾ ਹੈ ਆਦਮੀ, ਫਿਰ ਵੀ ਆਪਣੀ ਮਨਮਰਜ਼ੀ ਕਰਦਾ ਹੈ ਆਦਮੀ। ਹਵਾ ਦਾ ਰੁਖ ਭਾਵੇਂ ਕਿਹੋ ਜਿਹਾ ਹੋਵੇ, ਜੀ। ਹਵਾ ਭਾਵੇਂ ਕਿਹੋ ਜਿਹਾ ਹੋਵੇ, ਹਵਾ ਦਾ ਰੁਖ ਦੇਖ ਕੇ ਓਲਾ ਕਰਦਾ ਹੈ ਆਦਮੀ। ਜੀ। ਪੈਸੇ ਦੀ ਲੱਗੀ ਦੌੜ ਵਿੱਚ ਸ਼ਾਮਲ ਹੈ ਉਹ, ਪੈਸੇ ਦੀ ਲੱਗੀ ਦੌੜ ਵਿੱਚ ਸ਼ਾਮਲ ਹੈ ਉਹ, ਪੈਸੇ ਪੈਸੇ ਪਿੱਛੇ ਮਰਦਾ ਹੈ ਆਦਮੀ। ਦੂਜਿਆਂ ਦੀ ਗੱਲ ਸੁਣ ਕੇ ਉਹ ਰਾਜੀ ਹੁੰਦਾ, ਦੂਜਿਆਂ ਦੀ ਗੱਲ ਸੁਣ ਕੇ ਉਹ ਰਾਜੀ ਹੁੰਦਾ, ਆਪਣੀ ਗੱਲ ਲੁਕਾਉਣ ਦੀ ਕੋਸ਼ਿਸ਼ ਕਰਦਾ ਹੈ ਆਦਮੀ। ਵਾਹ, ਬਿਊਟੀਫੁਲ। ਦੂਜਿਆਂ ਦਾ ਰਾਜ ਉਹ ਖੋਲਦਾ ਬੇਝਿਜਕ, ਦੂਜਿਆਂ ਦਾ ਰਾਜ ਉਹ ਖੋਲਦਾ ਬੇਝਿਜਕ, ਆਪਣੀ ਹਰ ਗੱਲ ਤੇ ਪਾਉਂਦਾ ਹੈ ਪਰਦਾ ਆਦਮੀ। ਇੱਕ ਵਾਰ ਫੇਰ, ਦੂਜਿਆਂ ਦੀ ਹਰ ਗੱਲ, ਦੂਜਿਆਂ ਦੀ ਹਰ ਗੱਲ, ਦੂਜਿਆਂ ਦਾ ਰਾਜ ਉਹ ਖੋਲਦਾ ਬੇਝਿਜਕ, ਜੀ, ਆਪਣੀ ਗੱਲ ਤੇ ਪਾਉਂਦਾ ਹੈ ਪਰਦਾ ਆਦਮੀ। ਸਖਤੇ ਤੋਂ ਡਰਦਾ ਉਹ ਸਾਹ ਨਾ ਕੱਢੇ, ਜੀ, ਸਖਤੇ ਤੋਂ ਡਰਦਾ ਉਹ ਸਾਹ ਨਾ ਕੱਢੇ, ਲੇਕਿਨ ਗਰੀਬ ਦਾ ਕਤਲ ਕਰਦਾ ਹੈ ਆਦਮੀ। ਬਿਲਕੁਲ। ਸਖਤੇ ਤੋਂ ਡਰਦਾ ਉਹ ਸਾਹ ਨਾ ਕੱਢੇ, ਲੇਕਿਨ ਗਰੀਬ ਦਾ ਕਤਲ ਕਰਦਾ ਹੈ ਆਦਮੀ। ਦਿਨ ਬ ਦਿਨ ਹੁੰਦੇ ਜ਼ੁਲਮਾਂ ਨੂੰ ਨਾ ਘੱਟ ਕਰ ਸਕਿਆ, ਦਿਨ ਬ ਦਿਨ ਹੁੰਦੇ ਜ਼ੁਲਮਾਂ ਨੂੰ ਨਾ ਘੱਟ ਕਰ ਸਕਿਆ, ਪੁੰਨ ਦਾਨ ਬੜੇ ਹੀ ਕਰਦਾ ਹੈ ਆਦਮੀ। ਕੁਦਰਤ ਨੇ ਦਿੱਤੀ ਹੈ ਸਿਕਦਾਰੀ ਇਸ ਨੂੰ, ਕੁਦਰਤ ਨੇ ਦਿੱਤੀ ਹੈ ਸਿਕਦਾਰੀ ਇਸ ਨੂੰ, ਉਸੇ ਨਾਲ ਵਧੀਕੀਆਂ ਕਰਦਾ ਹੈ ਆਦਮੀ। ਰੋ ਕੇ ਵੀ ਆਪਣੇ ਆਪ ਨੂੰ ਹੌਲਾ ਨਾ ਕਰ ਸਕੇ, ਅੰਦਰੇ ਅੰਦਰ ਸਭ ਕੁਛ ਜਰਦਾ ਹੈ।
ਰੋ ਕੇ ਵੀ ਆਪਣੇ ਆਪ ਨੂੰ ਹੌਲਾ ਨਾ ਕਰ ਸਕੇ, ਅੰਦਰੇ ਅੰਦਰ ਸਭ ਕੁਝ ਡਰਦਾ ਹੈ ਯਾਰ। ਬਿਲਕੁਲ, ਬਿਲਕੁਲ, ਵਾਹ! ਬਹੁਤ, ਬਹੁਤ ਵਧੀਆ ਕਵਿਤਾ ਆਪ ਜੀ ਨੇ ਦੱਸੀ, ਬਹੁਤ ਕਿ ਰੋਣ ਦੇ ਨਾਲ ਵੀ ਉਹ ਅੰਦਰੋਂ ਠੰਡਾ ਨਹੀਂ ਹੋ ਸਕਦਾ, ਉਹ ਅੰਦਰ ਦੇ ਸਾਰੀਆਂ ਤਕਲੀਫ਼ਾਂ, ਕਿਉਂਕਿ ਆਦਮੀ ਨੀਅਤ ਹੀ ਠੀਕ ਨਹੀਂ ਹੈ। ਅਲਫਾਜ਼ ਆਪਣੇ ਰਾਜ਼ ਛੁਪਾਉਂਦਾ ਹੈ ਤੇ ਦੂਜਿਆਂ ਨੂੰ ਜੱਗ ਦੇ ਵਿੱਚ ਖੋਲ-ਖੋਲ ਕੇ ਦਰਸਾਉਂਦਾ ਹੈ ਆਦਮੀ। ਇਹ ਫਿਤਰਤ ਹੁੰਦੀ ਹੈ ਆਦਮੀ ਦੀ ਕਿ ਉਹ ਸੱਚਾਈ ਬਿਆਨ ਕੀਤੀ ਹੈ, ਸੱਚ ਤੁਸੀਂ ਪੇਸ਼ ਕੀਤਾ ਹੈਗਾ ਕਿ ਆਪ ਜੀ ਨੇ ਇੱਕ ਬੇਟੀ ਬਚਾਈ ਹੈ, ਬੇਟੀ ਪੜ੍ਹਾਈ ਦੇ ਉੱਪਰ ਵੀ ਆਪ ਜੀ ਨੇ ਕੁਛ ਲਿਖਿਆ ਹੈ। ਆਪ ਜੀ ਉਹਦੇ ਬਾਰੇ ਵੀ ਥੋੜਾ ਜਿਹਾ ਦੱਸਣਾ ਕਰੋ ਮੈਂ ਇਹ ਕਵਿਤਾ ਤੁਹਾਨੂੰ ਗਾ ਕੇ ਸੁਣਾਉਣੀ ਆ। ਪਲੀਜ਼। ਬੇਟੀ ਬਚਾਈਏ, ਬੇਟੀ ਪੜ੍ਹਾਈਏ। ਕੁੜੀਆਂ ਦੇ ਨਾਲ ਹੀ ਵਸਦੇ ਨੇ ਘਰ, ਕੁੜੀਆਂ ਦੇ ਬਾਝੋਂ ਤਾਂ ਸਖਣੇ ਨੇ ਦਰ। ਕੁੜੀਆਂ ਦੇ ਨਾਲ ਹੀ ਵਸਦੇ ਨੇ ਘਰ, ਕੁੜੀਆਂ ਦੇ ਬਾਝੋਂ ਤਾਂ ਸਖਣੇ ਨੇ ਦਰ। ਕੁੜੀਆਂ ਹੀ ਘਰਾਂ ਨੂੰ ਸਜਾਵਨ ਸਵਾਰਨ, ਕੁੜੀਆਂ ਤਾਂ ਕਲੀਆਂ ਨੇ ਘਰ ਮਹਿਕਾਵਣ। ਕੁੜੀਆਂ ਹੀ ਘਰਾਂ ਨੂੰ ਸਜਾਵਨ ਸਵਾਰਨ, ਕੁੜੀਆਂ ਤਾਂ ਕਲੀਆਂ ਨੇ ਘਰ ਮਹਿਕਾਵਣ। ਕੁੜੀਆਂ ਨੇ ਧਰਤੀ ਅੰਬਰ ਨਿਵਾਜੇ, ਕੁੜੀਆਂ ਦੇ ਨਾਲ ਹੀ ਵੱਜਦੇ ਨੇ ਵਾਜੇ। ਵਾਹ! ਕੁੜੀਆਂ ਨੇ ਧਰਤੀ ਅੰਬਰ ਨਿਵਾਜੇ, ਕੁੜੀਆਂ ਦੇ ਨਾਲ ਹੀ ਵੱਜਦੇ ਨੇ ਵਾਜੇ। ਕੁੜੀਆਂ ਨਾ ਹੋਵਣ ਨਾ ਵੱਜਣੀ ਸ਼ਹਿਨਾਈ, ਵੀਰਾਂ ਦੀ ਰਹਿ ਜੇਗੀ ਸਖਣੀ ਕਲਾਈ। ਕੁੜੀਆਂ ਨਾ ਹੋਵਣ ਨਹੀਂ ਵੱਜਣੀ ਸ਼ਹਿਨਾਈ, ਵੀਰਾਂ ਦੀ ਰਹਿ ਜੇਗੀ ਸਖਣੀ ਕਲਾਈ। ਮਾਪਿਆਂ ਦਾ ਦਰਦ ਹੈ ਕਿਸਨੇ ਬਣਾਉਣਾ, ਵੀਰਾਂ ਦੇ ਮੋਢੇ ਨਾਲ ਮੋਢਾ ਕਿਸ ਲਾਉਣਾ। ਮਾਪਿਆਂ ਦਾ ਦਰਦ ਹੈ ਕਿਸਨੇ ਬਣਾਉਣਾ, ਵੀਰਾਂ ਦੇ ਮੋਢੇ ਨਾਲ ਮੋਢਾ ਕਿਸ ਲਾਉਣਾ। ਆਓ ਨਵੀਂ ਸੋਚ ਅਪਣਾਈਏ, ਬੇਟੀ ਬਚਾਈਏ, ਬੇਟੀ ਪੜ੍ਹਾਈਏ। आओ नवी सोच अपनाइए, बेटी बचाइए, बेटी पढ़ाइए। ਬਹੁਤ ਬਹੁਤ ਖੂਬ, ਬਹੁਤ ਦਰਦ ਭਰਿਆ ਗੀਤ ਆਪ ਜੀ ਨੇ ਲਿਖਿਆ ਹੈ। ਸੋ ਵਾਕਈ ਕਿ ਜੋ ਇਸ ਗੀਤ ਨੂੰ ਇੱਕ ਵਾਰ ਸਮਝ ਜਾਏਗਾ, ਪੜ੍ਹੇਗਾ, ਸੁਣੇਗਾ ਅੰਦਰ ਦੀ ਰੂਹ ਦੇ ਨਾਲ, ਵਾਕਈ ਕਿ ਉਸਨੇ ਕਦੀ ਬੇਟੀ ਨਾਲ ਤਸ਼ੱਦਦ ਨਹੀਂ ਕਰਨਾ, ਕਦੀ ਬਹੂ ਨਾਲ ਤਸ਼ੱਦਦ ਨਹੀਂ ਕਰਨਾ। ਅੱਜ ਬਹੂਆਂ ਨਾਲ ਬਹੁਤ ਜ਼ਿਆਦਾ, ਨੂੰਹਾਂ ਦੇ ਨਾਲ ਬਹੁਤ ਜ਼ਿਆਦਾ ਤਸ਼ੱਦਦ ਹੋ ਰਿਹਾ ਹੈ। ਉਹ ਵਿਚਾਰੀਆਂ ਤਸ਼ੱਦਦ ਸਹਿੰਦੀਆਂ ਵੀ ਨੇ, ਪਰ ਕਿਉਂ ਸਹਿੰਦੀਆਂ ਨੇ, ਕਿਉਂ ਆਵਾਜ਼ ਨਹੀਂ ਉਠਾਉਂਦੀਆਂ ਨੇ, ਕਿਸੇ ਦੀ ਪੱਗ ਦਾ, ਕਿਸੇ ਦੀ ਇੱਜ਼ਤ ਦੇ ਵੱਲ ਉਹ ਤੱਕਦੀਆਂ ਨੇ। ਇਹ ਉਹਨਾਂ ਦੇ ਪੁੱਛ ਕੇ ਹੀ ਪਤਾ ਲੱਗ ਸਕਦਾ ਹੈ ਕਿ ਉਹ ਕਿਹੜੀ ਚੀਜ਼ ਨੂੰ ਅੰਦਰ ਦਬਾ ਕੇ, ਉਹ ਕਿਸ ਮਿੱਟੀ ਦੀ ਬਣੀਆਂ ਨੇ ਕਿ ਇਤਨਾ ਕੁਝ ਹੁੰਦੇ ਸੁਣਦੇ ਵੀ ਉਹ ਹਰ ਇੱਕ ਚੀਜ਼ ਅੰਦਰ ਸਮਾ ਕੇ ਰੱਖਦੀਆਂ ਨੇ, ਤਸ਼ੱਦਦ ਸਹਿੰਦੀਆਂ ਨੇ, ਪਰ ਮੂੰਹੋਂ ਕੁਝ ਬੋਲਦੀਆਂ ਨਹੀਂ ਨੇ। ਸੋ ਬਹੁਤ ਅਲਫਾਜ਼ ਆਪ ਕਵਿਤਾ ਦੇ, ਤੇ ਜਿਹੜੀ ਜਿਸ ਦੇ ਤਰਨੁਮ ਦੇ ਨਾਲ ਆਪਨੇ ਗਾਇਆ ਉਹ ਵੀ ਬਹੁਤ ਵਧੀਆ। ਕੀ ਅੱਜ ਤੱਕ ਆਪ ਜੀ ਦੀ ਕੋਈ ਐਸੀ ਕਿਤਾਬ ਕਵੀ ਸੰਗ੍ਰਹਿ ਦੀਆਂ ਕੋਈ ਛਪੀਆਂ ਨੇ, ਆਪ ਜੀ ਨੇ ਛਪਾਈ ਕੀਤੀ, ਪਬਲਿਸ਼ ਕੀਤੀਆਂ ਹੈਗੀਆਂ ਨੇ? ਨਹੀਂ, ਕਾਵਿ ਸੰਗ੍ਰਹਿ ਭੈਣ ਜੀ ਕੋਈ ਨਹੀਂ ਛਪਿਆ, ਬਲਕਿ ਇਹ ਜਿਹੜੀਆਂ ਮੇਰੀਆਂ ਕਵਿਤਾਵਾਂ ਨੇ ਇਹ ਰੇਡੀਓ ਸਟੇਸ਼ਨ ਤੋਂ ਬ੍ਰਾਡਕਾਸਟ ਹੋਈਆਂ ਨੇ, ਬਠਿੰਡਾ ਰੇਡੀਓ ਸਟੇਸ਼ਨ ਤੋਂ ਬ੍ਰਾਡਕਾਸਟ ਹੋਈਆਂ ਨੇ, ਆਲ ਇੰਡੀਆ ਰੇਡੀਓ ਸਟੇਸ਼ਨ ਰੋਹਤਕ ਤੋਂ ਬ੍ਰਾਡਕਾਸਟ ਹੋਈਆਂ ਨੇ। ਇੱਕ ਕਵਿਤਾ ਮੇਰੀ ਹੋਰ ਹੈ, ਜ਼ਮਾਨੇ ਦੀ ਬਦਲੀ ਹੋਈ ਦੌਰ। ਜੀ। ਇਹ ਵੀ ਆਲ ਇੰਡੀਆ ਰੇਡੀਓ ਰੋਹਤਕ ਤੋਂ ਬ੍ਰਾਡਕਾਸਟ ਹੋਈ ਵੀ ਹੈ ਜੀ। ਮੈਂ ਤੁਹਾਨੂੰ ਸੁਣਾਵਾਂ ਫਿਰ? ਬਿਲਕੁਲ ਜੀ, ਬਿਲਕੁਲ, ਜ਼ਰੂਰ ਸੁਣਾਓ, ਬਿਲਕੁਲ ਸੁਣਾਓ। ਅਸੀਂ ਤਾਂ ਚਾਹੁੰਦੇ ਹਾਂ ਕਿ ਅੱਜ ਆਪਾਂ ਪ੍ਰੋਗਰਾਮ ਰਿਕਾਰਡ ਕੀਤਾ ਤੇ ਆਉਣ ਵਾਲੇ ਦਿਨ 'ਚ ਸਾਡੇ ਮੰਚ ਤੇ ਨਾ ਕਵੀ ਦਰਬਾਰ ਵੀ ਲੱਗਦੇ ਨੇ, ਤੇ ਮੈਂ ਆਪ ਜੀ ਨੂੰ ਉੱਥੇ ਵੀ ਸੱਦਾ ਪੱਤਰ ਭੇਜਾਂਗੀ, ਆਪ ਜ਼ਰੂਰ ਆਇਓ।
ਇਹ ਕਵਿਤਾ ਮੇਰੀ ਜ਼ਮਾਨੇ ਦੀ ਬਦਲੀ ਹੋਈ ਤੋਰ। ਜੀ ਇਹ ਵੀ ਰਮਨ ਤੇ ਗਾ ਕੇ ਸੁਣਾਵਾਂਗੀ ਤੁਹਾਨੂੰ। ਜ਼ਮਾਨੇ ਦੀ ਦੇਖੀ ਮੈਂ ਬਦਲੀ ਹੋਈ ਤੋਰ, ਜੀ ਕਰਦਾ ਜ਼ਮਾਨੇ ਦੀ ਖਿੱਚ ਲਵਾਂ ਡੋਰ। ਜ਼ਮਾਨੇ ਦੀ ਦੇਖੀ ਮੈਂ ਬਦਲੀ ਹੋਈ ਤੋਰ, ਜੀ ਕਰਦਾ ਜ਼ਮਾਨੇ ਦੀ ਖਿੱਚ ਲਵਾਂ ਡੋਰ। ਵਾਹ ਵਾਹ ਵਾਹ, ਬਹੁਤ ਖੂਬ। ਜ਼ਮਾਨਾ ਹੀ ਕੁੜੀਆਂ ਨੂੰ ਕੰਜਕਾਂ ਪੁਕਾਰੇ, ਜ਼ਮਾਨਾ ਹੀ ਕੁੜੀਆਂ ਨੂੰ ਕੁੱਖਾਂ ਚ ਮਾਰੇ। ਜ਼ਮਾਨਾ ਹੀ ਕੁੜੀਆਂ ਨੂੰ ਕੰਜਕਾਂ ਪੁਕਾਰੇ, ਜ਼ਮਾਨਾ ਹੀ ਕੁੜੀਆਂ ਨੂੰ ਕੁੱਖਾਂ ਚ ਮਾਰੇ। ਜ਼ਮਾਨਾ ਹੀ ਆਖੇ ਇਹ ਤਨ ਪਰਾਇਆ, ਜ਼ਮਾਨਾ ਹੀ ਆਖੇ ਇਹ ਵੱਡੇ ਸਹਾਰੇ। ਜ਼ਮਾਨੇ ਨੇ ਪਾਇਆ ਚੌਪਾਸੇ ਉਹ ਸ਼ੋਰ, ਜੀ ਕਰਦਾ ਜ਼ਮਾਨੇ ਦੀ ਖਿੱਚ ਲਵਾਂ ਡੋਰ। ਵਾਹ ਵਾਹ, ਜੀ ਕਰ ਜ਼ਮਾਨੇ ਦੀ ਖਿੱਚ ਲਵਾਂ ਡੋਰ। ਜ਼ਮਾਨੇ ਨੇ ਨਵੀਆਂ ਪਿਰਤਾਂ ਵੀ ਪਾਈਆਂ, ਜ਼ਮਾਨੇ ਨੇ ਕੁਛ ਰੀਤਾਂ ਵੀ ਗਵਾਈਆਂ। ਜ਼ਮਾਨੇ ਨੇ ਨਵੀਆਂ ਪਿਰਤਾਂ ਵੀ ਪਾਈਆਂ, ਜ਼ਮਾਨੇ ਨੇ ਕੁਛ ਰੀਤਾਂ ਵੀ ਗਵਾਈਆਂ। ਜ਼ਮਾਨਾ ਤਾਂ ਅੱਗੇ ਅੱਗੇ ਹੀ ਦੇਖੇ, ਜ਼ਮਾਨਾ ਹੀ ਸਾਨੂੰ ਪਾਵੇ ਭੁਲੇਖੇ। ਜ਼ਮਾਨਾ ਤਾਂ ਅੱਗੇ ਅੱਗੇ ਹੀ ਦੇਖੇ, ਜ਼ਮਾਨਾ ਹੀ ਸਾਨੂੰ ਪਾਵੇ ਭੁਲੇਖੇ। ਕਦੇ ਬਣਦਾ ਸਾਧੂ ਕਦੇ ਬਣਦਾ ਚੋਰ, ਜੀ ਕਰਦਾ ਜ਼ਮਾਨੇ ਦੀ ਖਿੱਚ ਲਵਾਂ ਡੋਰ। ਜੀ ਕਰਦਾ ਜ਼ਮਾਨੇ ਦੀ ਖਿੱਚ ਲਵਾਂ ਡੋਰ। ਜ਼ਮਾਨੇ ਦੀ ਇਹ ਸਿਆਣਪ ਕੀ ਆਖੇ, ਆਸ਼ਰਮਾਂ ਦੇ ਵਿੱਚ ਰੁਲਦੇ ਮਾਪੇ। ਜ਼ਮਾਨੇ ਦੀ ਇਹ ਸਿਆਣਪ ਕੀ ਆਖੇ, ਆਸ਼ਰਮਾਂ ਦੇ ਵਿੱਚ ਰੁਲਦੇ ਮਾਪੇ। ਕਿਉਂ ਜਾਂਦੇ ਨੇ ਮੰਦਰ ਗੁਰਦੁਆਰੇ, ਜਦ ਘਰ ਵਿੱਚ ਹੀ ਨੇ ਧਾਮ ਚਾਰੇ। ਕਿਉਂ ਜਾਂਦੇ ਨੇ ਮੰਦਰ ਗੁਰਦੁਆਰੇ, ਜਦ ਘਰ ਵਿੱਚ ਹੀ ਨੇ ਧਾਮ ਚਾਰੇ। ਵਾਹ ਮਾਪੇ ਲੱਭਦੇ ਲੱਖ ਕਰੋੜ, ਜੀ ਕਰਦਾ ਜ਼ਮਾਨੇ ਦੀ ਖਿੱਚ ਲਵਾਂ ਡੋਰ। ਮਾਪੇ ਨੀ ਲੱਭਦੇ ਲੱਖ ਕਰੋੜ, ਜੀ ਕਰਦਾ ਜ਼ਮਾਨੇ ਦੀ ਖਿੱਚ ਲਵਾਂ ਡੋਰ। ਜੀ ਕਰਦਾ ਜ਼ਮਾਨੇ। ਨਹੀਂ ਲੱਭਦੇ, ਇੱਕ ਵਾਰ ਫੇਰ ਕਰ ਦਿਓ, ਇੱਕ ਵਾਰ ਫੇਰ ਸੁਣਾ ਦਿਓ। ਦੁਬਾਰਾ ਸਾਰੀ। ਨਹੀਂ, ਆਖਰੀ ਪੈਰਾਗ੍ਰਾਫ, ਮਾਪੇ ਨਹੀਂ ਲੱਭਦੇ ਲੱਖ ਕਰੋੜ। ਜ਼ਮਾਨੇ ਦੀ ਇਹ ਸਿਆਣਪ ਕੀ ਆਖੇ, ਆਸ਼ਰਮਾਂ ਦੇ ਵਿੱਚ ਰੁਲਦੇ ਮਾਪੇ। ਜ਼ਮਾਨੇ ਦੀ ਇਹ ਸਿਆਣਪ ਕੀ ਆਖੇ, ਆਸ਼ਰਮਾਂ ਦੇ ਵਿੱਚ ਰੁਲਦੇ ਮਾਪੇ। ਕਿਉਂ ਜਾਂਦੇ ਨੇ ਮੰਦਰ ਗੁਰਦੁਆਰੇ, ਜਦ ਘਰ ਵਿੱਚ ਹੀ ਨੇ ਧਾਮ ਚਾਰੇ। ਮਾਪੇ ਨੀ ਲੱਭਦੇ ਲੱਖ ਕਰੋੜ, ਜੀ ਕਰਦਾ ਜ਼ਮਾਨੇ ਦੀ ਖਿੱਚ ਲਵਾਂ ਡੋਰ। ਜੀ ਕਰਦਾ ਜ਼ਮਾਨੇ ਦੀ ਖਿੱਚ ਲਵਾਂ ਡੋਰ। ਜੀ ਕਰਦਾ ਜ਼ਮਾਨੇ ਦੀ ਖਿੱਚ ਲਵਾਂ ਡੋਰ। ਬਹੁਤ ਹੀ ਵਧੀਆ, ਬਹੁਤ ਹੀ ਵਧੀਆ। ਅਲਫਾਜ਼ ਨਹੀਂ, ਬਹੁਤ ਵਧੀਆ ਲਿਖਦੇ ਹੋ ਤੁਸੀਂ। ਤੇ ਮੈਂ ਆਸ ਕਰਾਂਗੀ ਕਿ ਸਾਡੇ ਦਰਸ਼ਕ ਵੀ ਜਿਹਨੇ ਆਪ ਜੀ ਨੂੰ ਦੇਖਣ ਸੁਣਨ ਮਿਲਣ ਵੀਡੀਓ ਦੇ ਦੁਆਰਾ ਹੀ, ਪਹਿਲੇ ਸਮਿਆਂ ਵਿੱਚ ਜਦੋਂ ਪੇਕੇ ਘਰੋਂ ਚਿੱਠੀ ਆਉਂਦੀ ਸੀਗੀ ਤਾਂ ਅਸੀਂ ਚਿੱਠੀ ਵਿੱਚੋਂ ਆਪਣੇ ਦੋਸਤਾਂ ਮਿੱਤਰਾਂ ਮਾਪੇ ਦੇ ਦਰਸ਼ਨ ਕਰਦੇ ਸਾਂ। ਪਰ ਅੱਜ ਜਿਹੜਾ ਕਿ ਵੀਡੀਓ ਦਾ ਜ਼ਮਾਨਾ ਆ ਗਿਆ ਟੈਕਨੋਲੋਜੀ ਦਾ, ਤੇ ਇਹਦੇ ਵਿੱਚ ਜਦੋਂ ਇਹੋ ਜਿਹੇ ਸਾਹਿਤਕਾਰਾਂ ਨੂੰ ਆਪਾਂ ਮਿਲੀਏ, ਇਹਨਾਂ ਨੂੰ ਦੇਖੀਏ, ਤਾਂ ਮੈਨੂੰ ਲੱਗਦਾ ਕਿ ਸਾਡੀ ਆਤਮਾ ਨੂੰ ਜ਼ਰੂਰ ਠੰਡਕ ਪਹੁੰਚਦੀ ਹੋਏਗੀ ਕਿ ਇਹੋ ਜਿਹੇ ਵਧੀਆ ਸਾਹਿਤਕਾਰ ਜੋ ਇਹੋ ਜਿਹੇ ਵਧੀਆ ਬੋਲ ਲਿਖਦੇ ਨੇ, ਕਿ ਜੋ ਕਿ ਸੱਚ ਲਿਖਦੇ ਨੇ। ਜੋ ਮਾਪੇ ਘਰ 'ਚ ਹੁੰਦੇ ਸੌਂਦੇ ਅਸੀਂ ਗੁਰਦੁਆਰਿਆਂ 'ਚ ਜਾਂਦੇ, ਦਾਨ ਪੁੰਨ ਕਰਦੇ ਹਾਂ, ਬਾਹਰ ਸੇਵਾ ਕਰਦੇ ਹਾਂ, ਪਰ ਮਾਪੇ ਘਰ ਪਾਣੀ ਦੀ ਗਲਾਸ ਨੂੰ ਤਰਸਦੇ ਨੇ। ਇਹ ਵੱਡਾ ਦੁਖਾਂਤ ਵੀ ਹੈ। ਮਾਪਿਆਂ ਵਿੱਚ ਤਾਂ ਰੱਬ ਹੀ ਦਿਖਦਾ ਹੈ,
ਪਰ ਅਸੀਂ ਰੱਬ ਨੂੰ ਬਾਹਰ ਤਰਾਸ਼ਦੇ ਹਾਂ। ਇਹੋ ਜਿਹੀ ਜਦੋਂ ਆਪਾਂ ਸਾਹਿਤ ਪੜ੍ਹਾਂਗੇ, ਇਹੋ ਜਿਹੇ ਸਾਹਿਤਕਾਰਾਂ ਕੋਲੋਂ ਇਹੋ ਜਿਹੀ ਵਧੀਆ ਕਵਿਤਾਵਾਂ, ਨਗਮੇ, ਗੀਤ, ਤਰੰਨਮ ਸੁਣਾਂਗੇ ਤਾਂ ਜੀਵਨ ਵਿੱਚ ਤਬਦੀਲੀ ਆਵੇਗੀ। ਤੁਹਾਡੀ ਕਲਮ ਨੂੰ ਸਲਾਮ ਹੈ, ਤੁਹਾਡੀ ਕਲਮ ਨੂੰ ਬਹੁਤ ਸਲਾਮ ਹੈ, ਬਹੁਤ ਵਧੀਆ ਆਪ ਜੀ ਲਿਖਦੇ ਹੋ। ਆਪ ਜੀ ਦਾ ਆਪਣਾ ਜੀਵਨ ਇੰਨਾ ਸੰਘਰਸ਼ਮਈ ਰਿਹਾ ਹੈ। ਆਪ ਜੀ ਨੇ ਆਪਣੇ ਹੀ ਪੈਰਾਂ ਤੇ ਖੜੇ ਹੋ ਕੇ ਇਸ ਮੁਕਾਮ ਤੱਕ ਆਪਣੇ ਆਪ ਨੂੰ ਪਹੁੰਚਾਇਆ ਹੈ। ਆਪ ਨੇ ਸਿੱਧ ਕਰ ਦਿੱਤਾ ਕਿ ਔਰਤ ਅਬਲਾ ਨਹੀਂ, ਔਰਤ ਨਾਰੀ ਨਹੀਂ, ਔਰਤ ਆਪਣੇ ਪੈਰਾਂ ਤੇ ਖੜੇ ਹੋ ਕੇ ਆਪਣੇ ਮਾਨ ਸਵੈਮਾਨ ਦੀ ਇੱਜ਼ਤ ਦੀ ਰਾਖੀ ਬਣ ਕੇ ਆਪਣੇ ਆਪ ਨੂੰ ਸਮਾਜ ਦੇ ਸਾਹਮਣੇ ਇੱਕ ਵਧੀਆ ਸਾਹਿਤ ਕਰਕੇ ਚੈਲੰਜ ਕਰ ਸਕਦੀ ਹੈ। ਸੋ ਮੈਂ ਸੋਚਦੀ ਹਾਂ ਕਿ ਜਿੰਨੇ ਵੀ ਸਾਡੇ ਪੰਥ ਦੀਆਂ ਔਰਤਾਂ ਨੇ ਜਿਹੜੀਆਂ ਆਪਣੇ ਆਪ ਨੂੰ ਅਬਲਾ ਸਮਝ ਕੇ ਪਿੱਛੇ ਬੈਠਦੀਆਂ ਨੇ, ਮੈਂ ਇਹ ਆਖਾਂਗੀ ਕਿ ਅਸੀਂ ਚੰਗੇ ਭਵਿੱਖ ਦੀ ਸਿਰਜਣਾ ਕਰਨੀ, ਚੰਗੇ ਸਮਾਜ ਦੀ ਸਿਰਜਣਾ ਕਰਨੀ, ਉਹ ਸਾਡੇ ਚੰਗੇ ਵਿਚਾਰਾਂ ਨਾਲ ਬਣਨੀ ਹੈ। ਦੁਨੀਆ ਕੀ ਕਹਿੰਦੀ ਹੈ, ਦੁਨੀਆ ਦੇ ਵਿੱਚ ਜ਼ਿਆਦਾ ਨਾ ਸੋਚੋ, ਦੁਨੀਆ ਵੱਲ ਜ਼ਿਆਦਾ ਨਾ ਦੇਖੋ। ਦੁਨੀਆ ਤਾਂ ਚੰਗੇ ਨੂੰ ਵੀ ਮੰਦਾ ਕਹਿ ਦਿੰਦੀ ਤੇ ਮੰਦੇ ਨੂੰ ਤਾਂ ਉਹਨੇ ਮੰਦਾ ਕਹਿਣਾ ਹੀ ਕਹਿਣਾ ਹੁੰਦਾ ਹੈ। ਉਹਨਾਂ ਦੀ ਜ਼ੁਬਾਨ ਨਹੀਂ ਰੋਕ ਸਕਦੇ ਆਪਾਂ, ਪਰ ਅਸੀਂ ਆਪਣੇ ਅੰਦਰ ਜਾ ਕੇ ਆਪਣੀ ਸਕਾਰਾਤਮਕ ਨੂੰ ਜਗਾ ਕੇ, ਪੋਜ਼ਿਟਿਵ ਨੂੰ ਜਗਾ ਕੇ, ਆਪਣੇ ਆਪ ਨੂੰ ਜਾਗਰੂਕ ਕਰਕੇ ਇਹੋ ਜਿਹੀ ਮਹਾਨ ਹਸਤੀਆਂ ਵਾਂਗੂ ਬਣ ਸਕਦੇ ਹਾਂ। ਉਹਨਾਂ ਸਾਰੀਆਂ ਔਰਤਾਂ ਨੂੰ ਇੱਕ ਪੰਜਾਬੀ ਵਿਰਾਸਤ ਵੱਲ ਇੱਕ ਜ਼ਰੂਰ ਛੋਟਾ ਜਿਹਾ ਸੁਨੇਹਾ ਹੈ, ਛੋਟਾ ਸੁਨੇਹਾ ਪਰ ਗੱਲ ਬਹੁਤ ਵੱਡੀ ਹੋਣੀ ਹੈ। ਆਪਣੇ ਅੰਦਰ ਦੀ ਔਰਤ ਨੂੰ ਜਗਾਓ ਤੇ ਚੰਗੇ ਕਾਰਜਾਂ ਦੇ ਲਈ ਇਹਦੀ ਵਰਤੋਂ ਕਰੋ। ਆਪ ਅੰਦਰ ਸਾਰੀਆਂ ਸ਼ਕਤੀਆਂ ਨੇ। ਜੇ ਇੱਕ ਇਕੱਲੀ ਔਰਤ ਆਪਣੇ ਪੈਰਾਂ ਤੇ ਖੜੇ ਹੋ ਕੇ ਅੱਜ ਇਸ ਮੁਕਾਮ ਤੱਕ ਪਹੁੰਚ ਸਕਦੀ ਹੈ, ਫਿਰ ਅਸੀਂ ਤੇ ਤੁਸੀਂ ਕਿਉਂ ਨਹੀਂ ਪਹੁੰਚ ਸਕਦੇ? ਸਾਨੂੰ ਕਿਸੇ ਦੇ ਖਿਲਾਫ ਜਾ ਕੇ ਜੰਗ ਨਹੀਂ ਛੇੜਨੀ। ਪਹਿਲੇ ਤਾਂ ਅਸੀਂ ਆਪਣੇ ਨਾਲ, ਆਪਣੇ ਵਿਚਾਰਾਂ ਨਾਲ ਲੜਨਾ ਹੈ ਕਿ ਮੈਂ ਇਹ ਕਰ ਸਕਦੀ ਹਾਂ। ਚੰਗੀ ਸੋਚ ਸੋਚੋ, ਚੰਗਾ ਖਾਣ ਪੀਣ ਖਾਓ, ਚੰਗੇ ਲੋਕਾਂ ਨਾਲ ਉੱਠੋ ਬੈਠੋ। ਜਿੱਥੇ ਕੋਈ ਨੈਗੇਟਿਵ ਲੋਕ ਹੁੰਦੇ ਨੇ ਉਹ ਤੋਂ ਆਪਣੇ ਆਪ ਨੂੰ ਕਿਨਾਰਾ ਕਰ ਦਿਓ। ਸਾਡੇ ਬਜ਼ੁਰਗ ਇੱਕ ਗੱਲ ਬੜੀ ਵਧੀਆ ਕਰਦੇ ਹੁੰਦੇ ਸਨ, ਕਹਿੰਦੇ ਸਨ ਕਿ ਇਸ ਵਕਤ ਜਦੋਂ 5 ਕੁੱਤੇ ਗਲੀ ਦੇ ਵਿੱਚ ਭੌਂਕਦੇ ਹੋਣ, ਤੁਸੀਂ ਕੁੱਤਿਆਂ ਦੇ ਸਾਹਮਣੇ ਜਾ ਕੇ ਖੜੇ ਹੋਵੋਗੇ ਜਾਂ ਆਪਣੀ ਰਾਹ ਬਦਲੋਗੇ। ਜੇ ਅਸੀਂ ਕੁੱਤਿਆਂ ਦੇ ਵਿੱਚ ਜਾ ਕੇ ਖੜੇ ਨਹੀਂ ਹੋਵਾਂਗੇ ਕਿ ਕੁੱਤੇ ਅੱਗੇ ਆਣ ਕੇ ਮੈਨੂੰ ਵੱਢਣ, ਮੈਂ ਰਾਹ ਬਦਲਦੀ ਹਾਂ, ਤਾਂ ਫਿਰ ਇੱਥੇ ਵੀ ਉਹੀ ਸੇਮ ਗੱਲ ਹੈ। ਜ਼ਿੰਦਗੀ ਦੇ ਵਿੱਚ ਕਦੀ ਵੀ ਨਕਾਰਾਤਮਕ ਲੋਕਾਂ ਦੇ ਵਿੱਚ, ਨੈਗੇਟਿਵ ਲੋਕਾਂ ਦੇ ਵਿੱਚ ਨਾ ਬੈਠੋ। ਸੰਸਾਰ ਬਹੁਤ ਵੱਡਾ ਹੈ, ਵੱਡੀਆਂ ਸੋਚਾਂ ਵਾਲੇ ਵੀ ਹੈਗੇ ਨੇ, ਉਹਨਾਂ ਦੇ ਨਾਲ ਬੈਠੋ, ਉਹਨਾਂ ਦੇ ਕੋਲੋਂ ਉਹਨਾਂ ਦੀ ਜੀਵਨ ਜੁਗਤੀਆਂ ਬਾਰੇ ਪੁੱਛੋ ਤੇ ਆਪਣੇ ਜੀਵਨ ਨੂੰ ਰੋਸ਼ਨਦਾਰ ਬਣਾਓ। ਮੈਂ ਬੀਬੀ ਜੀ ਦਾ ਬਹੁਤ ਧੰਨਵਾਦ ਕਰਦੀ ਹਾਂ, ਇਹਨਾਂ ਦੀ ਕਿਤਾਬਾਂ ਦਾ ਵੀ। ਮੈਂ ਆਪ ਜੀ ਨੂੰ ਬੇਨਤੀ ਕਰਾਂਗੀ ਕਿ ਪੰਜਾਬ ਦੇ ਵਿੱਚ ਆਪ ਰਹਿੰਦੇ ਹੋ, ਜੋਗਿੰਦਰ ਕੌਰ ਅਗਨੀਹੋਤਰੀ ਜੀ ਦੀ ਕਿਤਾਬਾਂ ਪੜ੍ਹੋ, ਆਪਣੇ ਬੱਚਿਆਂ ਨੂੰ ਪੜ੍ਹਾਓ। ਇਹਨਾਂ ਨੇ ਮਿਨੀ ਕਹਾਣੀਆਂ ਵੀ ਲਿਖੀਆਂ ਹੈਗੀਆਂ ਨੇ ਬੱਚਿਆਂ ਵਾਸਤੇ, ਵੱਡੀਆਂ ਦੀਆਂ ਗੱਲਾਂ, ਹੋਰ ਕਈ ਜਿਹੜਾ ਇੱਕ ਬੱਚਾ ਮਿਹਨਤ ਕਰਦਾ ਉਹਦੇ ਬਾਰੇ ਇਹਨਾਂ ਨੇ ਕਿਤਾਬਾਂ ਲਿਖੀਆਂ ਹੈਗੀਆਂ ਨੇ। ਸੋ ਪੜ੍ਹ ਕੇ ਆਪਣੇ ਬੱਚਿਆਂ ਦੇ ਜੀਵਨ ਨੂੰ ਵੀ ਰੋਸ਼ਨ ਬਣਾਓ ਤੇ ਆਪਣੇ ਆਪ ਨੂੰ ਵੀ ਇੱਕ, ਕਿਉਂਕਿ ਸੰਸਾਰ ਵਿੱਚ ਜਿਹੜੇ ਅਸੀਂ ਲੋਕ ਆਉਂਦੇ ਹਾਂ ਨਾ, ਅਸੀਂ ਯੂਨੀਕ ਹੁੰਦੇ। ਇੱਕ ਬੰਦਾ ਦੂਜੇ ਬੰਦੇ ਨਾਲ ਮਿਲਦਾ ਨਹੀਂ, ਉਹਦੀ ਬਣਤਰ ਇੱਕ ਦੂਜੇ ਨਾਲ ਮਿਲਦੀ ਹੀ ਨਹੀਂ ਹੈ, ਪਰ ਹਰ ਇਨਸਾਨ ਪਰਮਾਤਮਾ ਵੱਲੋਂ ਭੇਜਿਆ ਇੱਕ ਅੰਸ਼ ਹੈ, ਇੱਕ ਯੂਨੀਕ ਅੰਸ਼ ਹੈ ਤੇ ਹਰ ਇੱਕ ਦੇ ਵਿੱਚ ਇੱਕ ਨਾ ਇੱਕ ਖੂਬੀ ਜ਼ਰੂਰ ਹੁੰਦੀ ਹੈ। ਆਪਣੇ ਆਪਣੇ ਅੰਦਰ ਉਹ ਖੂਬੀ ਨੂੰ ਪੈਦਾ ਕਰੋ, ਆਪਣੇ ਪੈਰਾਂ ਤੇ ਖੜੇ ਹੋ ਤੇ ਇੰਡੀਪੈਂਡੈਂਟ ਬਣੋ। ਇਹ ਸਾਡਾ ਮਕਸਦ ਹੈਗਾ। ਸੋ ਆਪ ਜੀ ਇੱਕ ਕਹਿ ਰਹੇ ਸੀਗੇ ਕਿ ਆਪਨੇ ਇੱਕ ਕਵਿਤਾ ਹੋਰ ਵੀ ਲਿਖੀ ਹੈ ਜਿਹਦਾ ਨਾਂ ਸੱਚੀ ਮੁਹੱਬਤ, ਕਿਉਂਕਿ ਅਸੀਂ ਇਸ ਮੰਚ ਜ਼ਰੂਰ ਇਸ ਦੇ ਬਾਰੇ ਗੱਲ ਕਰਦੇ ਹੁੰਦੇ ਹਾਂ। ਜਿੱਥੇ ਅਸੀਂ ਦੁਨਿਆਵੀ ਸਮਾਜ ਦੀਆਂ ਗੱਲਾਂ ਕਰਦੇ ਹਾਂ, ਉੱਥੇ ਪ੍ਰੇਮ ਤੇ ਪਿਆਰ ਦੀ ਗੱਲਾਂ ਵੀ ਕਰਦੇ ਹਾਂ। ਤੁਸੀਂ ਸੱਚੀ ਮੁਹੱਬਤ ਦੇ ਬਾਰੇ ਕੁਝ ਲਾਈਨਾਂ ਦੱਸੋ। ਮੈਂ ਕਵਿਤਾ ਲਿਖੀ ਹੈ ਸੱਚੀ ਮੁਹੱਬਤ। ਇਸ਼ਕ ਮੁਸ਼ਕ ਚੱਕਰ ਤੋਂ ਬਿਨਾ, ਇਸ਼ਕ ਮੁਸ਼ਕ ਦੇ ਚੱਕਰ ਤੋਂ ਬਿਨਾ ਅਸੀਂ ਮੁਹੱਬਤੋਂ ਕੋਰੇ ਨਹੀਂ, ਜੀ ਦਿਲੋਂ ਮੁਹੱਬਤ ਕੀਤੀ ਹੈ ਸਦਾ ਐਵੇਂ ਸੁੱਟੇ ਡੋਰੇ। ਇਸ਼ਕ ਮੁਸ਼ਕ ਦੇ ਚੱਕਰ ਤੋਂ ਬਿਨਾ ਅਸੀਂ ਮੁਹੱਬਤੋਂ ਕੋਰੇ ਨਹੀਂ, ਦਿਲੋਂ ਮੁਹੱਬਤ ਕੀਤੀ ਹੈ ਸਦਾ ਐਵੇਂ ਸੁੱਟੇ ਡੋਰੇ। ਦੁੱਖ ਵਿੱਚ ਸਾਵੇਂ ਹੋ ਕੇ, ਸੁੱਖ ਵਿੱਚ ਸਾਵੇਂ ਹੋ ਕੇ ਤੁਰਿਆ, ਸੁੱਖ ਵਿੱਚ ਸਾਵੇਂ ਹੋ ਕੇ ਤੁਰਿਆ, ਦੁੱਖ ਵਿੱਚ ਭਰੇ ਹਟਕੋਰੇ ਨੀ, ਗਹਿਰਾਂ ਦੇ ਸੰਗ ਦੇ ਖਪੜਿਆਂ ਨੂੰ ਦਿੱਤੇ ਕਦੇ ਨਹੋਰੇ। ਵਾਹ, ਬਿਊਟੀਫੁਲ। ਗਹਿਰਾਂ ਦੇ ਖਪੜਿਆਂ ਨੂੰ ਦਿੱਤੇ ਕਦੇ ਨਹੋਰੇ ਨੀ, ਦੇਖ ਕੇ ਕਿਸੇ ਦੀ ਚੜ੍ਹਦੀ ਗੁੱਡੀ,
ਦੇਖ ਕੇ ਕਿਸੇ ਦੀ ਚੜ੍ਹਦੀ ਗੁੱਡੀ ਆਪਾਂ ਕੀਤੇ ਝੋਰੇ ਨੀ, ਦਰਿਆਵਾਂ ਦੀਆਂ ਲਹਿਰਾਂ ਵਾਂਗੂ ਅਸੀਂ ਕਿਨਾਰੇ ਖੋਰੇ ਨੀ। ਦੇਖ ਕਿਸੇ ਦੀ ਚੜ੍ਹਦੀ ਗੁੱਡੀ ਆਪਾਂ ਕੀਤੇ ਝੋਰੇ ਨੀ, ਦਰਿਆਵਾਂ ਦੀਆਂ ਲਹਿਰਾਂ ਵਾਂਗੂ ਅਸੀਂ ਕਿਨਾਰੇ ਖੋਰੇ ਨੀ। ਦੇਖ ਕਿਸੇ ਦੀ ਲਾਚਾਰੀ ਨੂੰ, ਤੱਕ ਕਿਸੇ ਦੀ ਲਾਚਾਰੀ ਨੂੰ, ਦਿਲ ਵਿੱਚ ਲੱਡੂ ਭੋਰੇ ਨੀ, ਮਨ ਦੀਆਂ ਬਾਗਾਂ ਆਪੇ ਫੜੀਆਂ ਤੁਰੇ ਕਿਸੇ ਦੀ ਤੁਰੇ। ਵਾਹ, ਬਿਊਟੀਫੁਲ। ਤੱਕ ਕਿਸੇ ਦੀ ਲਾਚਾਰੀ ਨੂੰ, ਦਿਲ ਵਿੱਚ ਲੱਡੂ ਭੋਰੇ ਨੀ, ਮਨ ਦੀਆਂ ਬਾਗਾਂ ਆਪੇ ਫੜੀਆਂ ਤੁਰੇ ਕਿਸੇ ਦੀ ਤੋਰੇ। ਅਮੇਜ਼ਿੰਗ, ਬਹੁਤ ਖੂਬ, ਬਹੁਤ ਖੂਬ। ਜਿਹੜੀਆਂ ਵਾਕਿੰਗ ਕੇ ਮਨ ਦੀਆਂ ਵਾਗਾਂ ਨੇ, ਅਸੀਂ ਜਦ ਆਪਣੀਆਂ ਮਨ ਦੀਆਂ ਵਾਗਾਂ ਨੂੰ ਆਪ ਫਿਰ ਫੜਾਂਗੇ ਤੇ ਕਿਸੇ ਹੋਰ ਮਗਰ ਅਸੀਂ ਕਦੀ ਨਹੀਂ ਲੰਘੇ, ਭੁਲੇਖੇ ਕਦੀ ਨਹੀਂ ਖਾਵਾਂਗੇ। ਆਪਣੇ ਮੁਹੱਬਤ ਦਾ ਇਜ਼ਹਾਰ, ਮੁਹੱਬਤ ਕਿੱਥੇ ਹੈ, ਕਿਸ ਨਾਲ? ਮੁਹੱਬਤ ਹਰ ਇੱਕ ਦੇ ਅੰਦਰ ਹੀ ਹੈ। ਤੇ ਉਸ ਮੁਹੱਬਤ ਦੇ ਨਾਲ ਹੀ ਸਾਰਾ ਜੀਵਨ, ਸਾਰਾ ਖੰਡ ਬ੍ਰਹਿਮੰਡ ਜਿਹਨੇ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਮੁਹੱਬਤ ਵਿੱਚੋਂ ਅਸੀਂ ਉਸ ਇਸ਼ਟ ਦੇ ਵੀ ਦਰਸ਼ਨ ਕਰ ਸਕਦੇ ਹਾਂ, ਉਸ ਇਸ਼ਟ ਨੂੰ ਵੀ ਮਿਲ ਸਕਦੇ ਹਾਂ। ਤੇ ਮੁਹੱਬਤ ਕਰਨ ਦੇ ਨਾਲ ਕਾਇਨਾਤ ਤੁਹਾਡੀ ਹੋ ਜਾਂਦੀ ਹੈ। ਸੋ ਮੈਂ ਧੰਨਵਾਦ ਕਰਦੀ ਹਾਂ। ਆਪ ਜੀ ਆਪਣੇ ਬਾਰੇ ਹੋਰ ਅਗਰ ਕਹਿਣਾ ਚਾਹੁੰਦੇ ਹੋ, ਦੱਸਣਾ ਚਾਹੁੰਦੇ ਹੋ, ਜੋ ਸਾਡੇ ਕੋਲੋਂ ਕਰਦੇ ਆ ਪ੍ਰੋਗਰਾਮ ਰਹਿ ਗਈ ਹੋਵੇ, ਦੱਸਣਾ ਚਾਹੁੰਦੇ ਹੋ ਜਾਂ ਕੋਈ ਸੁਨੇਹਾ ਪੰਜਾਬੀ ਬੱਚਿਆਂ ਨੂੰ, ਵਿਰਸੇ ਨੂੰ, ਤਾਂ ਆਪ ਜੀ ਦੇ ਸਕਦੇ ਹੋ। ਮੇਰੀ ਤਾਂ ਜੀ ਸਿਰਫ ਇਹੀ ਸੁਨੇਹਾ ਹੈ, ਮੈਂ ਅੱਜ ਕੱਲ੍ਹ ਦੇ ਬੱਚਿਆਂ ਨੂੰ ਇਹ ਕਹਿੰਦੀ ਹਾਂ ਵੀ ਆਪਣੀ ਜਵਾਨੀ ਨੂੰ ਨਸ਼ੇ ਤੋਂ ਬਚਾਉਣ ਤੇ ਆਪਣੇ ਸਿੱਧੇ ਰਾਹ ਤੇ ਕੰਮ ਕਰਨ। ਇਹ ਸਭ ਤੋਂ ਵੱਡਾ ਮਸਲਾ ਅੱਜ ਜਵਾਨੀ ਹੈ ਜਿਹੜੀ ਨਸ਼ੇ ਹੁੰਦੀ ਜਾਂਦੀ ਹੈ, ਇਹ ਸਭ ਤੋਂ ਵੱਡਾ ਮਸਲਾ। ਮੈਂ ਚਾਹੁੰਦੀ ਹਾਂ ਵੀ ਕਿਸੇ ਵੀ ਘਰ ਦਾ ਦੀਵਾ ਗੁੱਲ ਨਾ ਹੋਵੇ, ਸਭ ਦੇ ਬੱਚੇ ਸਹੀ ਸਲਾਮਤ ਰਹਿਣ ਤੇ ਆਪਦੇ ਮਾਂ-ਬਾਪ ਦੀਆਂ ਅੱਖਾਂ ਠੰਡੀਆਂ ਰੱਖਣ। ਬਿਲਕੁਲ, ਬਹੁਤ ਵਧੀਆ ਗੱਲ ਹੈ, ਕਿਉਂਕਿ ਇਸ ਸਮੇਂ ਪੰਜਾਬ ਵਿੱਚ 6ਵਾਂ ਦਰਿਆ ਨਸ਼ਿਆਂ ਦਾ ਵਗ ਰਿਹਾ ਬਹੁਤ ਤੇਜ਼ੀ ਨਾਲ। ਇਹਦੇ ਤੇ ਕਿਸੇ ਪਾਸੋਂ ਵੀ ਕੋਈ ਰੋਕ ਟੋਕ, ਪਾਬੰਦੀ ਨਹੀਂ ਲਾਈ ਜਾ ਰਹੀ। ਪਰ ਇੱਕ ਚੰਗਾ ਘਰ, ਇੱਕ ਚੰਗੇ ਮਾਂ-ਪਿਓ ਦਾ ਫਰਜ਼, ਇੱਕ ਚੰਗੇ ਭੈਣ ਭਰਾਵਾਂ, ਆਂਢ ਸੰਬੰਧੀ ਦਾ ਫਰਜ਼ ਇਹੀ ਹੈ ਕਿ ਆਪਣੇ ਬੱਚਿਆਂ ਨੂੰ ਤੇ ਆਪ ਨਿਗਾਹ ਰੱਖੋ, ਕਿੱਥੇ ਜਾਂਦੇ ਨੇ, ਕੀ ਕਰਦੇ ਨੇ। ਅਸੀਂ ਰੋਕ ਤਾਂ ਨਹੀਂ ਸਕਦੇ ਨੇ, ਪਰ ਪਹਿਰੇਦਾਰ ਬਣ ਕੇ ਇਹਨਾਂ ਨੂੰ ਬਚਾਉਣਾ ਸਾਡਾ ਹੀ ਫਰਜ਼ ਬਣਦਾ ਹੈ। ਤਾਂ ਸਾਰੇ ਜਣੇ ਜ਼ਰੂਰ ਇਸ ਗੱਲ ਵੱਲ ਧਿਆਨ ਦਿਓ ਕਿ ਸਾਡਾ ਬੱਚਾ ਕਿੱਥੇ ਹੈ, ਕਿਹੜੀ ਸੰਗਤ ਵਿੱਚ ਹੈ, ਕਦੋਂ ਆਉਂਦਾ, ਕਦੋਂ ਜਾਂਦਾ, ਕੀ ਕਰਦਾ, ਕੀ ਨਹੀਂ ਕਰਦਾ। ਅਸੀਂ ਆਪਣੀ ਪੰਜਾਬ ਦੀ ਜਵਾਨੀ ਨੂੰ ਵੀ ਬਚਾਉਣਾ, ਪੰਜਾਬ ਦੀਆਂ ਧੀਆਂ ਨੂੰ ਵੀ ਬਚਾਉਣਾ, ਇਹ ਪੰਜਾਬੀ ਮਾਂ ਬੋਲੀ ਨੂੰ ਵੀ ਬਚਾਉਣਾ। ਇਹ ਸਾਰੇ ਫਰਜ਼ ਨੇ। ਤੇ ਜਿਹੜਾ ਮਾਂ ਬੋਲੀ ਦਾ ਸਤਿਕਾਰ ਤੇ ਪਿਆਰ, ਵੈਸੇ ਵੀ ਸਾਡੇ ਜਿੰਨੇ ਵੀ ਸਾਹਿਤਕਾਰ ਹਨ, ਲੇਖਕ ਹਨ, ਉਹ ਕਰ ਹੀ ਰਹੇ ਨੇ, ਆਪਣਾ ਬਾਖੂਬ ਸੇਵਾ ਨਿਭਾ ਰਹੇ ਨੇ। ਜਿਵੇਂ ਸਾਡੇ ਸਤਿਕਾਰਯੋਗ ਬੀਬੀ ਜੋਗਿੰਦਰ ਕੌਰ ਜੀ ਅਗਨੀਹੋਤਰੀ ਕਰਦੇ ਪਏ ਨੇ, ਮਾਨਸਾ ਵਿੱਚ ਲੱਲੂ ਕੋਟਲਾ ਪਿੰਡ ਦੇ ਵਿੱਚ ਇਹ ਰਹਿ ਰਹੇ ਨੇ। ਸੋ ਇਹਨਾਂ ਦੀਆਂ ਸੇਵਾਵਾਂ ਬਹੁਤ ਮਹਾਨ ਹਨ, ਜੋ ਇਹ ਸੇਵਾਵਾਂ ਕਰਦੇ ਪਏ ਨੇ। ਤੇ ਇਹ ਕਿਤਾਬਾਂ ਆਪ ਜੀ ਦੀ ਸਨਮੁਖ ਰੱਖ ਰਹੇ ਨੇ। ਆਪ ਜੀ ਜ਼ਰੂਰ ਇਹਨਾਂ ਦੀ ਕਿਤਾਬਾਂ ਨੂੰ ਵੀ ਪੜ੍ਹਿਓ, ਕਮੈਂਟ ਵੀ ਦਿਓ, ਅਸੀਸਾਂ ਵੀ ਦਿਓ, ਕਿਉਂਕਿ ਤੁਹਾਡੇ ਪਿਆਰ ਨਾਲ ਤੇ ਅਸੀਸਾਂ ਨਾਲ ਇਹਨਾਂ ਸਾਹਿਤਕਾਰਾਂ ਦੇ ਅੰਦਰ ਹੋਰ ਜਜ਼ਬੇ ਪੈਦਾ ਹੁੰਦੇ ਨੇ ਤੇ ਇਹ ਹੋਰ ਜ਼ਿਆਦਾ ਲਿਖਣ ਵੱਲ ਅੱਗੇ ਵੱਧਦੇ ਨੇ। ਤੇ ਹੋਰ ਇਹਨਾਂ ਨੂੰ ਤੁਹਾਡੇ ਵੱਲੋਂ ਜਿੰਨਾ ਪਿਆਰ ਮਿਲਦਾ ਜਾਏਗਾ, ਇਹ ਹੋਰ ਵਧੀਆ ਵਧੀਆ ਸਾਹਿਤ ਆਪ ਦੀ ਝੋਲੀ 'ਚ ਪਾਉਂਦੇ ਰਹਿਣਗੇ। ਸੋ ਮੈਂ ਧੰਨਵਾਦ ਕਰਦੀ ਹਾਂ ਭੈਣ ਜੀ ਜੋਗਿੰਦਰ ਕੌਰ ਜੀ ਦਾ, ਅਤੇ ਇੱਕ ਵਾਰ ਫਿਰ ਤੁਹਾਡਾ ਨਿੱਘਾ ਸਵਾਗਤ ਕਰਦੀ ਹਾਂ ਪੰਜਾਬੀ ਵਿਰਾਸਤ ਤੇ। ਧੰਨਵਾਦ ਜੀ। ਆਪ ਜੀ ਦਾ ਗੱਲਬਾਤ ਕਰਕੇ ਬਹੁਤ ਚੰਗਾ ਲੱਗਾ। ਧੰਨਵਾਦ ਸਾਰਿਆਂ ਦਾ। ਆਪ ਜੀ ਵੀ ਪੰਜਾਬੀ ਵਿਰਾਸਤ USA ਚੈਨਲ ਦੇਖਦੇ ਰਹਿਣਾ, ਕਮੈਂਟ ਕਰਨਾ, ਕਿੱਥੇ ਪ੍ਰੋਗਰਾਮ ਨੂੰ ਹੋਰ ਚੰਗਾ ਕਰ ਸਕਦੇ ਨੇ ਉਸ ਬਾਰੇ ਦੱਸਣਾ, ਗਲਤੀਆਂ ਦੇ ਬਾਰੇ ਵੀ ਸਾਨੂੰ ਜ਼ਰੂਰ ਦੱਸਣਾ, ਅਸੀਂ ਉਹਨੂੰ ਵੀ ਠੀਕ ਕਰਾਂਗੇ। ਇੱਕ ਚੰਗਾ ਪ੍ਰੋਗਰਾਮ ਲੈ ਕੇ ਆਪ ਜੀ ਦੀ ਕਚਹਿਰੀ ਵਿੱਚ ਹਮੇਸ਼ਾ ਹਾਜ਼ਰ ਹੋਵਾਂਗੇ। ਰੂਹ ਦੀਆਂ ਗੱਲਾਂ ਪ੍ਰੋਗਰਾਮ ਵਿੱਚ ਤੁਸੀਂ ਦੇਖਦੇ ਰਹਿਣਾ। ਅਗਲੇ ਆਉਣ ਵਾਲੇ ਦਿਨਾਂ ਵਿੱਚ ਇੱਕ ਨਵੇਂ ਮਹਿਮਾਨ, ਇੱਕ ਨਵੀਂ ਹਸਤੀ ਨੂੰ ਲੈ ਕੇ ਤੁਹਾਡੇ ਸਨਮੁਖ ਹਾਜ਼ਰ ਹੋਵਾਂਗੇ। ਤਦ ਤੱਕ ਇਜਾਜ਼ਤ ਦਿਓ, ਮਿਲਾਂਗੇ ਫਿਰ ਬਹੁਤ ਜਲਦੀ। ਕਿਤੇ ਨਾ ਜਾਇਓ। ਪੰਜਾਬੀ ਵਿਰਾਸਤ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਆਪਣਾ ਸਹਿਯੋਗ ਦਿਓ। ਆਓ ਜੀ, ਇੱਥੇ ਹੀ ਫਤਿਹ ਬੁਲਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।